ਓਕੇ ਸੋ ਤੁਸੀਂ ਟਾਈਮ ਮਹੀਨੇ ਵਿੱਚ ਕਾਫੀ ਘਰ ਦੇ ਵਿੱਚ ਸ਼ੋਰ ਸ਼ਰਾਬਾ ਪਾਇਆ ਖੂਬ। ਹਾਂਜੀ ਸਰ ਸ਼ੋਰ ਆਂਢ ਗੁਆਂਢ ਨੂੰ ਵੀ ਤੁਹਾਡਾ ਸ਼ੋਰ ਸ਼ਰਾਬਾ ਸੁਣਦਾ ਸੀ? ਹਾਂਜੀ ਸਰ ਪਤਾ ਲੱਗਦਾ ਸੀ। ਇਹ ਸ਼ੋਰ ਸ਼ਰਾਬਾ ਦਿਨ ਵੇਲੇ ਹੁੰਦਾ ਸੀ ਜਾਂ ਰਾਤ ਨੂੰ ਆਉਂਦੇ ਸਾਰੇ ਤੁਸੀਂ ਕੰਮ ਕਾਰ ਕੀਤਾ ਕੋਈ? ਹਾਂਜੀ ਸਰ ਮੈਂ ਕੰਮ ਕੀਤਾ Amazon ਦੇ ਵਿੱਚ ਜੌਬ ਕੀਤੀ ਮੌਂਟਰੀਅਲ ਦੇ ਵਿੱਚ। ਤੁਸੀਂ ਮੌਂਟਰੀਅਲ ਚ, ਤੁਹਾਡੀ ਵਾਈਫ ਕੀ ਕੰਮ ਕਰਦੇ ਨੇ? ਸਰ ਐਕਚੁਅਲੀ ਮੌਂਟਰੀਅਲ ਛੱਡਿਆ ਵਾ ਕਿ ਮੈਂ ਜਾ ਰਿਹਾ ਵਾਂ। ਓਕੇ ਹਾਂਜੀ ਤੇ ਸਰ ਇੱਕ ਦਿਨ ਪਹਿਲਾਂ ਸਾਡੇ ਇਸ਼ੂਜ਼ ਕਾਫੀ ਵੱਧ ਗਏ ਸੀਗੇ, ਉਹਨਾਂ ਨੇ ਮੈਨੂੰ ਖੁਦ ਹੀ ਕਹਿਤਾ ਸੀ ਕਿ ਤੂੰ ਚਲੇ ਜਾ ਹੁਣ। ਅੱਛਾ ਪਤਾ ਵਾਈਫ ਨੇ ਕਿਹਾ ਮੈਂ ਤਾਂ ਆਖਣਾ ਔਰ ਅਸੀਂ ਦੋਨੇ ਤਰ੍ਹਾਂ ਲਾਈਨ ਤੇ ਲਿਆ ਰਹੇ ਹਾਂ। ਮਿਲ ਇਸ ਵੇਲੇ ਦਲਵੀਰ ਨੇ। ਦਲਵੀਰ ਵੈਲਕਮ ਟੂ ਸ਼ੋ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਦਲਵੀਰ ਜੀ ਕਿੰਨੀ ਉਮਰ ਤੁਹਾਡੀ? ਸਰ ਮੇਰੀ 34 ਇਅਰ ਸਰ। 34 ਸਾਲ ਦੇ ਹੋ। ਪਿੰਡ ਤੁਹਾਡਾ ਮਦਾਰਾ ਆ? ਹਾਂਜੀ ਸਰ। ਫਾਦਰ ਸਾਹਿਬ ਦਾ ਨਾਮ ਕੀ ਹੈ? ਸਰ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਸ਼੍ਰੀ ਤੇਜਪਾਲ। ਤੇਜਪਾਲ ਜੀ। ਉਹ ਪੰਜਾਬ ਰਹਿੰਦੇ ਨੇ? ਹਾਂਜੀ ਹਾਂਜੀ। ਮਾਤਾ ਜੀ? ਮਾਤਾ ਜੀ ਵੀ ਹਾਂਜੀ ਪਿੰਡ ਹੀ ਨੇ। ਕੀ ਨਾਮ ਹੈ ਉਹਨਾਂ ਦਾ? ਸ਼੍ਰੀਮਤੀ ਸ਼ੀਲਾ ਦੇਵੀ। ਸ਼ੀਲਾ ਦੇਵੀ। ਹਾਂਜੀ। ਤੁਹਾਡਾ ਕੀ ਤੁਹਾਡਾ ਪ੍ਰੋਫੈਸ਼ਨ ਕੀ ਹੈ? ਲਾਈਕ ਤੁਸੀਂ ਕਿਸ ਕਾਸਟ ਨਾਲ ਸੰਬੰਧਿਤ ਹੋ? ਸਰ ਅਸੀਂ ਐਸੀ ਕਾਸਟ ਨਾਲ ਸੰਬੰਧਿਤ ਹਾਂ ਜੀ। ਐਜੂਕੇਸ਼ਨ ਕੀ ਤੁਹਾਡੀ ਦਲਵੀਰ? ਸਰ ਮੇਰੀ ਡਾਕਟਰੇਟ ਕੀਤੀ ਹੋਈ ਹੈ ਜੀ ਕੈਮਿਸਟਰੀ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ। ਤੁਹਾਡੀ ਸਟੋਰੀ ਨੂੰ ਅਸੀਂ ਟੈਲੀਕਾਸਟ ਕਰਨ ਤੋਂ ਪਹਿਲਾਂ ਪਰਮਿਸ਼ਨ ਲੈਣੀ ਚਾਹਾਂਗੇ ਸੇ ਜਸਟ ਸਰ ਨੋ ਪਲੀਜ਼। ਹਾਂਜੀ ਸਰ ਕਰ ਸਕਦੇ ਹੋ ਸਰ। ਕੁਝ ਪਰਸਨਲ ਗੱਲਾਂ ਹੋਣਗੀਆਂ ਜਿਹੜੀਆਂ ਸਰ ਮੈਂ ਨਹੀਂ ਕਰਨਾ ਚਾਹੂੰਗਾ, ਬਾਕੀ ਸਰ ਹਾਂਜੀ ਕਰ ਸਕਦੇ ਹੋ। ਦਲਵੀਰ ਕਟਾਰੀਆ, ਤੁਹਾਡੀ ਸ਼ਾਦੀ ਹੋਈ ਬਰਬਾਦੀ ਹੋਈ? ਸਰ ਬਰਬਾਦੀ ਹੈ ਜੀ ਮੇਰੇ ਲਈ ਤਾਂ। ਤੁਹਾਡੀ ਜਦੋਂ ਸ਼ਾਦੀ ਹੋਈ ਉਸ ਵੇਲੇ ਕਿੰਨੀ ਉਮਰ ਸੀ ਤੁਹਾਡੀ? ਹਾਂ ਸਰ ਮੇਰੀ ਸੀਗੀ 32 ਇਅਰਸ। ਇਹਨਾਂ ਸ਼ਾਦੀ ਲੇਟ ਕਰਾਉਣ ਦਾ ਕਾਰਨ? ਸਰ ਐਕਚੁਅਲੀ ਸਟੱਡੀਜ਼ ਦੇ ਵਿੱਚ ਟਾਈਮ ਨਹੀਂ ਲੱਗਾ ਥੋੜਾ। ਮੈਂ ਐਮਐਸਸੀ ਤੋਂ ਬਾਅਦ ਜੌਬ ਘਰ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸੀ, ਜੌਬ ਕਰਨ ਲੱਗ ਗਿਆ। ਸ਼ਾਦੀ ਤੁਹਾਡੀ ਅਰੇਂਜ ਮੈਰਿਜ ਸ਼ਾਦੀ ਹੋਈ? ਵਿਚੋਲਾ ਸੀ ਕੋਈ? ਨਹੀਂ ਸਰ ਅਰੇਂਜ ਮੈਰਿਜ ਹੈ। ਕਿਵੇਂ ਅਰੇਂਜ ਮੈਰਿਜ ਕਿਵੇਂ ਹੋਈ? ਸਰ ਮੈਟਰੀਮੋਨੀ ਦੇ ਥਰੂ, ਅਖਬਾਰੀ ਇਸ਼ਤਿਹਾਰ ਦੇ ਥਰੂ। ਸ਼ਾਦੀ ਕਿਹੜੀ ਡੇਟ ਨੂੰ ਹੋਈ, ਕਿਹੜੇ ਸਾਲ ਚ ਹੋਈ? ਸਰ 7 ਜੁਲਾਈ 2019 ਦੇ ਵਿੱਚ। ਕਿੰਨੇ ਕੁ ਲੋਕ ਗਏ ਸੀ ਵਿਆਹ ਤੇ? ਸਰ ਵਿਆਹ ਤੇ 300 ਜਾਂ 400 ਦੀ ਗੈਦਰਿੰਗ ਹੋਏਗੀ। ਇਹ ਰਿਸੈਪਸ਼ਨ ਅੰਮ੍ਰਿਤਸਰ ਸੀ ਜਾਂ ਜਲੰਧਰ ਸੀ? ਹਾਂ ਸਰ ਮੈਰਿਜ ਅੰਮ੍ਰਿਤਸਰ ਦੇ ਵਿੱਚ ਹੈ। ਸ਼ਾਦੀ ਕਰਨ ਤੋਂ ਬਾਅਦ ਤੁਹਾਡੀ ਵਾਈਫ ਕਿੰਨਾ ਸਮਾਂ ਤੁਹਾਡੇ ਨਾਲ ਰਹੀ? ਸੋ ਮੇਰੇ ਨਾਲ 2.5 ਮੰਥ ਸਰ। ਸੈਪਟੈਂਬਰ ਦੇ ਵਿੱਚ ਵਾਪਸ ਆ ਗਏ ਸੀਗੇ ਮੌਂਟਰੀਅਲ। ਤੁਸੀਂ ਆਪਣੇ ਸਰੀਰਕ ਰਿਲੇਸ਼ਨ ਬਣਾਏ ਹਸਬੈਂਡ ਵਾਈਫ ਵਾਲੇ? ਹਾਂਜੀ ਹਾਂਜੀ ਸਰ। ਵਿਆਹ ਤੋਂ ਬਾਅਦ ਤੁਸੀਂ ਘੁੰਮੇ ਫਿਰੇ 2 ਮਹੀਨੇ ਵਿੱਚ ਕਿਤੇ ਬਾਹਰ ਗਏ? ਹਾਂਜੀ ਸਰ ਘੁੰਮਦੇ ਫਿਰਦੇ ਮੂਵੀਜ਼ ਵਗੈਰਾ ਦੇਖਦੇ ਰਹੇ। ਮੈਂ ਰਿਲੇਟਿਵਸ ਦੇ ਵੀ ਗਏ ਨਾਰਮਲ। ਆਊਟ ਆਫ ਕੰਟਰੀ ਵਗੈਰਾ ਗਏ? ਨਹੀਂ ਸਰ ਆਊਟ ਆਫ ਕੰਟਰੀ ਨਹੀਂ ਗਏ ਸਰ। ਹਨੀਮੂਨ ਤੇ ਗਏ ਸੀ ਧਰਮਸ਼ਾਲਾ ਮੈਕਲੋਡਗੰਜ। ਦਲਵੀਰ ਕਟਾਰੀਆ। ਦਲਵੀਰ ਤੁਸੀਂ ਐਜੂਕੇਟਡ ਹੋ, ਤੁਹਾਡੀ ਸ਼ਾਦੀ ਹੋਈ ਹੈ, 2.5 ਮਹੀਨੇ ਤੁਹਾਡੀ ਵਾਈਫ ਤੁਹਾਡੇ ਨਾਲ ਰਹੀ ਹੈ ਔਰ ਉਹਨੇ ਤੁਹਾਨੂੰ ਕੈਨੇਡਾ ਵਿੱਚ ਸੱਦਿਆ। ਕੈਨੇਡਾ ਤੁਸੀਂ ਕਿਹੜੇ ਸਾਲ ਚ ਆਏ, ਫਿਰ ਕਿਹੜੇ ਮਹੀਨੇ ਯਾਦ ਹੈ? ਸਰ 2021 ਦੇ ਵਿੱਚ ਜਨਵਰੀ ਦੇ ਵਿੱਚ। ਪਿਛਲੇ ਸਾਲ ਆਏ, ਜਨਵਰੀ ਚ ਆਏ ਤੁਸੀਂ ਇੱਥੇ। ਹਾਂਜੀ ਸਰ। ਕਿੰਨਾ ਸਮਾਂ ਇਕੱਠੇ ਰਹੇ ਹੋ? ਸਰ ਅਸੀਂ ਤਕਰੀਬਨ 2.5 ਮੰਥ। ਸਿਰਫ 2.5 ਮਹੀਨੇ? ਹਾਂਜੀ। ਆਉਂਦੇ ਸਾਰੇ ਤੁਸੀਂ ਕੰਮ ਕਾਰ ਕੀਤਾ ਕੋਈ? ਹਾਂਜੀ ਸਰ ਮੈਂ ਕੰਮ ਕੀਤਾ Amazon ਦੇ ਵਿੱਚ ਜੌਬ ਕੀਤੀ ਮੌਂਟਰੀਅਲ ਦੇ ਵਿੱਚ। ਤੁਸੀਂ ਮੌਂਟਰੀਅਲ ਚ, ਤੁਹਾਡੀ ਵਾਈਫ ਕੀ ਕੰਮ ਕਰਦੇ ਨੇ? ਸਰ ਐਸੈਂਸ ਦਾ ਵੇਅਰ ਹਾਊਸ ਹੈ, ਉੱਥੇ ਜੌਬ ਕਰਦੇ ਨੇ। ਤੁਹਾਡੀ ਵਾਈਫ ਦਾ ਬਿਹੇਵੀਅਰ ਜਦੋਂ ਪੰਜਾਬ 2.5 ਮਹੀਨੇ ਰਹੇ ਸੀ ਉਦੋਂ ਵੀ ਇਸ ਤਰ੍ਹਾਂ ਦਾ ਸੀਗਾ ਕੜੱਤਣ ਵਾਲਾ, ਜਿਹੜਾ ਕਿ ਤੁਹਾਨੂੰ ਮਹਿਸੂਸ ਹੋਇਆ ਕੈਨੇਡਾ ਆਣ ਕੇ ਹੀ ਮਹਿਸੂਸ ਹੋਇਆ? ਤਾਂ ਕਿਉਂ ਹੋਇਆ ਕੈਨੇਡਾ ਆਣ ਕੇ? ਨਹੀਂ ਸਰ ਮੈਨੂੰ ਇੰਡੀਆ ਹੀ ਪਤਾ ਲੱਗ ਗਿਆ ਸੀਗਾ ਥੋੜੇ ਦਿਨਾਂ ਬਾਅਦ ਹੀ ਮੈਰਿਜ ਤੋਂ। ਕਿਉਂਕਿ ਘਰਦਿਆਂ ਨਾਲ ਕਿਸੇ ਨਾਲ ਵੀ ਕੰਫਰਟੇਬਲ ਨਹੀਂ ਸੀਗੀ। ਮੇਰੇ ਨਾਲ ਵੀ ਲਗਾਤਾਰ ਲੜਾਈ ਚੱਲਦੀ ਪਈ ਸੀ ਕਿਸੇ ਨਾ ਕਿਸੇ ਗੱਲ ਤੋਂ, ਛੋਟੇ ਛੋਟੇ ਇਸ਼ੂਜ਼ ਤੋਂ। ਕੁਝ ਮੇਰੇ ਪੇਰੈਂਟਸ ਤੋਂ ਵੀ ਪ੍ਰੋਬਲਮ ਸੀ। ਸੈਟੀਸਫਾਈਡ ਨਹੀਂ ਸੀ ਵਿਆਹ ਚ, ਮਤਲਬ ਮੈਰਿਜ ਤੋਂ ਸੈਟੀਸਫਾਈਡ ਨਹੀਂ ਹੋ ਸਕੇ ਤੁਹਾਡੇ ਤੋਂ? ਸਰ ਇਹ ਤਾਂ ਗੱਲ ਉਹੀ ਦੱਸ ਸਕਦੇ ਕਿਉਂਕਿ ਸਰ ਲੜਦੇ ਰਹਿੰਦੇ ਸੀ ਛੋਟੀਆਂ ਛੋਟੀਆਂ ਗੱਲਾਂ ਤੋਂ। ਹਰੇਕ ਛੋਟੀ ਗੱਲ ਦਾ ਵੱਡਾ ਇਸ਼ੂ ਬਣਦਾ ਸੀਗਾ ਤੇ ਮੈਨੂੰ ਗਾਲਾਂ ਕੱਢਦੀ ਸੀ ਬਹੁਤ ਗੰਦੀਆਂ। ਵਿਆਹ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਗਾਲਾਂ ਕੱਢਣ ਲੱਗ ਪਈ? ਤਕਰੀਬਨ ਸਰ 14-15 ਦਿਨਾਂ ਬਾਅਦ। ਓ ਮਾਈ ਗॉड, 15 ਦਿਨਾਂ ਬਾਅਦ ਆਪਣੇ ਹਸਬੈਂਡ ਨੂੰ, ਪਤੀ ਪਰਮੇਸ਼ਰ ਨੂੰ ਗਾਲਾਂ ਕੱਢਣ ਲੱਗ ਪਈ। ਗਾਲਾਂ ਕਿਹੋ ਜਿਹੀ ਕੱਢਦੀ ਸੀਗੀ? ਸ਼ੀ ਯੂਜ਼ਡ ਵਰਡ ਐਫ? ਸਰ ਮੈਂ ਇਦਾਂ ਦੇ ਅਬਿਊਜ਼ਿਵ ਵਰਡ ਪਲੇਟਫਾਰਮ ਤੇ ਯੂਜ਼ ਨਹੀਂ ਕਰ ਸਕਦਾ। ਗੰਦੇ ਵਰਡ ਯੂਜ਼ ਕਰਦੀ ਸੀ? ਹਾਂਜੀ ਸਰ। ਇਹਨੇ ਫਿਜ਼ੀਕਲੀ ਤੌਰ ਤੇ ਧੱਕਾ ਵਗੈਰਾ ਦਿੱਤਾ ਕਦੇ?
ਟੈਲ ਮੀ ਟਰੂ। ਫਿਜ਼ੀਕਲੀ ਸਰ ਧੱਕਾ ਤਾਂ ਨਹੀਂ ਸਰ ਕਹਿ ਸਕਦੇ ਸਰ। ਇੱਕ ਵਾਰੀ ਨੇ ਆਪਣਾ ਇੰਡੀਆ ਸਰ ਬੁਲਾਈ ਹੋਈ ਸੀ ਅਕਤੂਬਰ ਦੇ ਵਿੱਚ 2020 ਦੇ ਵਿੱਚ। ਇਹਨੂੰ ਥੋੜੀ ਮੈਂਟਲ ਇਸ਼ੂ ਸੀਗੇ ਕੈਨੇਡਾ ਦੇ ਵਿੱਚ, ਫਿਰ ਅਸੀਂ ਇੰਡੀਆ ਬੁਲਾ ਲਿਆ ਸੀ ਇਹਨਾਂ ਨੂੰ, ਤੇ ਸਰ ਉਹਨਾਂ ਨੇ ਚੂੜਾ ਤੋੜ ਕੇ ਮੇਰੇ ਮੂੰਹ ਤੇ ਮਾਰਿਆ ਸੀਗਾ। ਓ ਮਾਈ ਗॉड, ਕਮ ਔਨ ਬੇਬੀ, ਚੂੜਾ ਤੋੜ ਕੇ ਤੁਹਾਡੇ ਮੂੰਹ ਤੇ ਮਾਰਿਆ? ਹਾਂਜੀ ਸਰ। ਕੱਲਾ ਚੂੜਾ ਹੀ ਨਹੀਂ ਬਲਕਿ ਇਹਨੇ ਕੱਲ ਕਲੇਮ ਕਿ ਤੁਹਾਡੇ ਪਵਨ ਨੇ ਕਿ ਇਹਨੇ ਥੁੱਕ ਸਿੱਟਿਆ ਤੁਹਾਡੇ ਮੂੰਹ ਤੇ। ਸਪਿਟਿੰਗ ਵੀ ਕੀਤੀ ਸਰ ਇਹਨੇ ਮੌਂਟਰੀਅਲ ਦੇ ਵਿੱਚ। ਕੀ ਕੀਤਾ ਸਰ? ਸਪਿਟ ਕੀਤਾ ਮੇਰੇ ਫੇਸ ਦੇ ਉੱਪਰ। ਓ ਮਾਈ ਗॉड, ਕਿੰਨੀ ਵਾਰੀ? ਸਰ 1 ਟਾਈਮ ਸਪਿਟ ਕੀਤਾ ਤੇ 3 ਟਾਈਮ ਇਹਨੇ ਮੈਨੂੰ ਮੇਰਾ ਸਮਾਨ ਘਰੋਂ ਬਾਹਰ ਕੱਢਿਆ ਕਿ ਤੈਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਆਪਣਾ ਜਗ੍ਹਾ ਲੱਭ ਲੈ। she is that kind of naughty girl? ਸਰ ਉਹਨਾਂ ਦਾ ਆਪਣੇ ਗੁੱਸੇ ਤੇ ਕੋਈ ਕੰਟਰੋਲ ਹੀ ਨਹੀਂ ਹੈ। ਤੁਸੀਂ ਕੁਝ ਵੀ ਬੋਲ ਸਕਦੇ। ਤੁਸੀਂ ਸ਼ਰਾਬ ਦੀ ਵਰਤੋਂ ਕਰਦੇ ਹੋ? ਹਾਂਜੀ ਸਰ। ਸ਼ਰਾਬ ਪੀਂਦੇ ਤੁਸੀਂ? ਨਹੀਂ ਸਰ, ਬਿਲਕੁਲ ਨਹੀਂ। ਵੈਜ ਹੋ ਨਾਨ ਵੈਜ ਹੋ? ਨਹੀਂ ਸਰ, ਕੁਝ ਨਹੀਂ। ਤੁਹਾਡੀ ਵਾਈਫ ਕੋਈ ਅਲਕੋਹਲਿਕ ਤਾਂ ਨਹੀਂ ਹੈ? ਨਹੀਂ ਸਰ, ਉਹ ਵੀ ਕੁਝ ਨਹੀਂ, ਕੋਈ ਕੰਜ਼ੰਪਸ਼ਨ ਨਹੀਂ ਕੋਈ ਸੀ। ਤੁਹਾਡੀ ਵਾਈਫ ਦੇ ਵੱਲੋਂ ਕੋਈ ਐਲੀਗੇਸ਼ਨ ਲਾਇਆ ਗਿਆ ਹੈ ਤੁਹਾਡੇ ਤੇ, ਤੁਹਾਡੇ ਪੇਰੈਂਟਸ ਨੇ ਮਿਸਬੀਹੇਵ ਕੀਤਾ ਹੋਵੇ? ਨਹੀਂ ਸਰ, ਮੇਰੇ ਪੇਰੈਂਟਸ ਨੇ ਕਦੇ ਨਹੀਂ ਕੀਤਾ। ਤੁਹਾਡੇ ਪੇਰੈਂਟਸ ਨਾਲ ਬਿਲਕੁਲ ਬਿਹੇਵੀਅਰ ਠੀਕ ਸੀਗਾ? ਸਰ ਐਕਚੁਅਲੀ ਸਰ ਮੇਰੀ ਮਦਰ ਦੇ ਨਾਲ 1-2 ਵਾਰ ਹੋਈ ਸੀ ਇਹਨਾਂ ਦੀ ਗੱਲਬਾਤ, ਪਰ ਸਰ ਮੈਂ ਇਹਨੂੰ ਰਿਕੁਐਸਟ ਕੀਤੀ ਸੀ ਕਿ ਮੇਰੇ ਪੇਰੈਂਟਸ ਨੂੰ ਤੰਗ ਨਾ ਕਰੀ, ਮੈਨੂੰ ਤਾਂ ਜੋ ਮੇਰਾ ਚੱਲ ਰਿਹਾ, ਪਰ ਮੇਰੇ ਪੇਰੈਂਟਸ 2.5 ਮਹੀਨੇ ਵਿੱਚ 9 ਦਿਨਾਂ ਵਿੱਚ ਇਹ ਸਾਰਾ ਕੁਝ ਇਹੋ ਜਿਹਾ ਘਰ ਦੇ ਮਾਹੌਲ ਵਿਗੜ ਜਾਣੇ। ਹਾਂਜੀ, ਸੋ ਇਹ ਵਿਗੜਨ ਦੇ ਕਾਰਨ ਕੀ ਸੀਗੇ? ਆਈ ਕੁਡ ਅੰਡਰਸਟੈਂਡ ਇੰਨੇ ਦਿਨਾਂ ਵਿੱਚ ਤੁਹਾਡੇ ਪਿਆਰ ਦੇ ਵਿੱਚ ਕਿਹੜੀ ਐਸੀ ਪ੍ਰੋਬਲਮ ਸੀ ਜਿਹੜੀ ਕਿ ਤੁਸੀਂ ਅੰਡਰਸਟੈਂਡ ਨਹੀਂ ਕਰ ਸਕੇ? ਸਰ ਉਹਨਾਂ ਦਾ ਨਾ ਆਪਣੇ ਐਂਗਰ ਤੇ ਕੋਈ ਕੰਟਰੋਲ ਨਹੀਂ ਆ। ਮੈਂ ਸਰ ਆਪਣੇ ਲੌਸ ਨੂੰ ਵੀ ਲਗਾਤਾਰ ਕਹਿੰਦਾ ਰਿਹਾ। ਓਕੇ, ਮੇਰਾ ਸਟ੍ਰੇਟ ਫਾਰਵਰਡ ਕੁਐਸਚਨ ਹੈ, ਤੁਹਾਡੀ ਏਜ ਕਿੰਨੀ ਆ? 34। ਹਾਂਜੀ ਸਰ। ਵਾਈਫ ਦੀ ਕਿੰਨੀ ਏਜ ਹੈ? ਸਰ ਉਹਨਾਂ ਦੀ ਸੇਮ ਏਜ ਆ। ਸੇਮ ਏਜ ਹੈ। ਤੁਹਾਡੀ ਹਾਈਟ ਕਿੰਨੀ ਹੈ ਦੋਨਾਂ ਦੀ? ਸਰ ਮੇਰੀ 5'8" ਹੈ, ਉਹਨਾਂ ਦੀ 5'3" ਹੈ। 5'3" ਤੇ 8 ਸੇਮ ਏਜ। ਔਰ ਐਜੂਕੇਸ਼ਨ ਗੈਪ ਤੁਹਾਡਾ, ਸ਼ੀ ਇਜ਼ ਮੋਰ ਕੁਆਲੀਫਾਈਡ ਦੈਨ ਯੂ, ਰਾਈਟ? ਸਰ ਮੇਰੀ ਡਾਕਟਰੇਟ ਆ, ਉਹਨਾਂ ਦੀ ਨਰਸਿੰਗ, BSc ਨਰਸਿੰਗ। ਓਕੇ, ਸੋ ਤੁਸੀਂ 2.5 ਮਹੀਨੇ ਵਿੱਚ ਕਾਫੀ ਘਰ ਦੇ ਵਿੱਚ ਸ਼ੋਰ ਸ਼ਰਾਬਾ ਪਾਇਆ ਖੂਬ? ਹਾਂਜੀ ਸਰ। ਆਂਢ ਗੁਆਂਢ ਨੂੰ ਵੀ ਤੁਹਾਡਾ ਸ਼ੋਰ ਸ਼ਰਾਬਾ ਸੁਣਦਾ ਸੀ? ਹਾਂਜੀ ਸਰ, ਪਤਾ ਲੱਗਦਾ ਸੀ। ਇਹ ਸ਼ੋਰ ਸ਼ਰਾਬਾ ਦਿਨ ਵੇਲੇ ਹੁੰਦਾ ਸੀ ਜਾਂ ਰਾਤ ਨੂੰ ਸੌਣ ਵੇਲੇ ਹੁੰਦਾ ਸੀ? ਸਰ ਦਿਨੇ ਵੀ ਹੋ ਜਾਂਦਾ ਸੀ, ਰਾਤ ਨੂੰ ਵੀ, ਕਿਸੇ ਟਾਈਮ ਵੀ ਹੋ ਜਾਂਦਾ ਸੀ। ਜੇ ਤੁਸੀਂ ਘਰੋਂ ਬਾਹਰ ਮੂਵੀ ਦੇਖਣ ਜਾਂਦੇ ਸੀਗੇ ਜਾਂ ਬਾਹਰ ਘੁੰਮਣ ਜਾਂਦੇ ਸੀਗੇ, ਉੱਥੇ ਵੀ ਮਾਹੌਲ ਇਹੋ ਜਿਹਾ ਪੈਦਾ ਕਰ ਲੈਂਦੇ ਸੀਗੇ? ਨਹੀਂ ਸਰ, ਉੱਥੇ ਠੀਕ ਰਹਿੰਦਾ ਸੀਗਾ। ਇਹ ਮਤਲਬ ਘਰ ਦੇ ਵਿੱਚ ਤੁਹਾਡੇ ਕੋਈ ਐਸਾ ਤਣਾਅ ਸੀ ਜਿਹੜੀ ਕਿ ਗੰਦੀ ਟਾਇਲਟ ਨਹੀਂ ਕਰ ਸਕੀ? ਤੁਹਾਡੇ ਘਰ ਦੇ ਵਿੱਚ ਜਿਹੜੇ ਬਾਕੀ ਦੇ ਪਰਿਵਾਰ ਆ ਤੁਹਾਡੀ, ਉਹਨਾਂ ਨਾਲ ਕਿਸੇ ਨਾਲ ਜਾਰੀ ਖਿੱਚ ਤਾਂ ਨਹੀਂ ਸੀਗੀ ਕਿ ਯੂ ਡਿਡਨਟ ਪੇ ਅਟੈਂਸ਼ਨ ਟੂ ਯੂਰ ਵਾਈਫ ਇੰਸਟੈਡ ਆਫ ਯੂਰ ਵਾਈਫ ਟੂ ਯੂ ਪੇਇੰਗ ਅਟੈਂਸ਼ਨ ਟੂ ਸਮਨ ਐਲਸ? ਨਹੀਂ ਸਰ, ਫੈਮਿਲੀ ਨਾਲ ਤਾਂ ਨਾਰਮਲ ਅਟਰੈਕਸ਼ਨ ਹੁੰਦੀ ਹੈ, ਜਿਨ੍ਹਾਂ ਨਾਲ ਸਰ ਆਪਾਂ 30-32 ਸਾਲ ਰਹੇ ਹੋਈਏ, ਮਦਰ ਔਰ ਫਾਦਰ ਨੇ, ਮੇਰੇ ਨੈਫਿਊ ਤੇ ਨੀਸ ਨੇ ਕਰੇ, ਮੇਰੇ ਬ੍ਰਦਰਸ ਨੇ। ਤੁਹਾਡੇ WhatsApp ਤੇ ਕੋਈ ਐਸੀ ਫੋਟੋ ਨਜ਼ਰ ਆ ਗਈ ਹੋਵੇ ਜਿਸ ਕਰਕੇ ਉਹਨੇ ਮਨ ਵਿੱਚ ਰੱਖਿਆ ਹੋਵੇ ਅਤੇ ਦੱਸ ਨਾ ਰਹੀ ਹੋਵੇ? ਕੋਈ ਐਸੀ ਤੁਹਾਡੀ ਜ਼ਿੰਦਗੀ ਦੀ ਜਵਾਨੀ ਦੀ ਹਰਕਤ, ਕੋਈ ਤੁਹਾਡੀ ਐਸੀ ਪਿਆਰ ਮੁਹੱਬਤ ਕਿਸੇ ਲੜਕੀ ਦਾ ਹੋਇਆ ਹੋਵੇ ਪਹਿਲਾਂ? ਨਹੀਂ ਸਰ, ਬਿਲਕੁਲ ਨਹੀਂ। ਤੇ ਤੁਹਾਡੀ ਦੋਨਾਂ ਦੀ ਸ਼ਾਦੀ ਇਹ ਪਹਿਲੀ ਸ਼ਾਦੀ ਸੀ? ਹਾਂਜੀ ਸਰ, ਪਹਿਲੀ ਸ਼ਾਦੀ। ਦਲਵੀਰ, ਤੁਸੀਂ ਵੈਲ ਰਿਸਪੈਕਟਡ ਹੋ ਪਰਿਵਾਰ ਨਾਲ, ਔਰ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਡੇ ਪਰਿਵਾਰ ਨੂੰ, ਔਰ ਮੈਂ ਕਲੇਮ ਕਰ ਰਿਹਾ ਇਸ ਚੀਜ਼ ਨੂੰ। ਸੋ ਕੈਨੇਡਾ ਆਣ ਕੇ ਤੁਸੀਂ 2.5 ਮਹੀਨੇ ਰਹੇ ਹੋ? ਹਾਂਜੀ ਸਰ। ਸੋ 2.5 ਮਹੀਨੇ ਵਿੱਚ ਲੜਾਈ ਜਿਹੜੀ ਹੈ ਉਹ ਤੇਜ਼ ਹੁੰਦੀ ਗਈ ਹੈ, ਘਟੀ ਨਹੀਂ ਹੈ? ਹਾਂਜੀ ਸਰ। ਸੋ ਕੰਮ ਤੇ ਵੀ ਤੁਸੀਂ ਲੱਗ ਗਏ ਹੋ, ਔਰ ਤੁਹਾਡਾ ਅਕਾਊਂਟ ਸਾਂਝਾ ਸੀ ਇੱਥੇ ਆਣ ਕੇ ਕੈਨੇਡਾ? ਨਹੀਂ ਸਰ, ਅਕਾਊਂਟ ਸੈਪਰੇਟਡ ਸੀ। ਸੈਪਰੇਟ ਸੀ? ਹਾਂਜੀ ਸਰ। ਖਰਚਾ ਕੌਣ ਕਰਦਾ ਸੀ? ਖਰਚਾ ਸਰ ਕਾਮਨ ਹੀ ਚੱਲਦਾ ਸੀਗਾ। ਗੱਡੀ ਵਗੈਰਾ ਲਈ ਸੀ ਵਾਈਫ ਦੀ? ਨਹੀਂ ਸਰ, ਮੈਂ ਨਹੀਂ ਲਈ ਹੋਈ ਸੀ। ਤੁਸੀਂ ਲਈ ਸੀ ਆਣ ਕੇ? ਐਕਚੁਅਲੀ ਸਰ ਉਦੋਂ ਕੋਵਿਡ ਸੀਗਾ, ਡਰਾਈਵਿੰਗ ਟੈਸਟ ਚੱਲਦੇ ਨਹੀਂ ਸੀ। ਓਕੇ, ਫਾਈਨ। ਸੋ ਤੁਸੀਂ ਖਰਚਾ ਜਿਹੜਾ ਸੀਗਾ ਘਰ ਦੇ ਬਿਲਸ ਜਾਂ ਫਿਰ ਘਰ ਦਾ ਰੈਂਟ ਵਗੈਰਾ ਹੂ ਪੇ? ਸਰ ਮੈਂ 2.5 ਮੰਥ ਰਿਹਾ ਸੀ ਸਰ ਇੰਡੀਆ ਤੋਂ, ਥੋੜਾ ਜਿਹਾ ਕੈਸ਼ ਲੈ ਕੇ ਆਂਦਾ ਸੀ, ਮੈਂ ਇਹਨਾਂ ਨੂੰ ਦੇ ਦਿੱਤਾ ਸੀਗਾ। ਤੇ ਸਰ ਮੈਂ 1 ਮੰਥ ਦਾ ਬਿੱਲ ਵੀ ਪੇ ਕੀਤਾ ਸੀਗਾ ਇਹਨਾਂ ਨੂੰ। 에어ਪੋਰਟ ਤੋਂ ਗਗਨ ਜੀ ਲੈਣ ਗਏ ਸੀ ਤੁਹਾਨੂੰ? ਹਾਂਜੀ ਸਰ, ਇਹ ਮੈਨੂੰ ਲੈਣ ਗਏ ਸੀ। ਤੁਸੀਂ ਪਹਿਲੇ ਕੁਝ ਦਿਨ ਆਪਸ ਵਿੱਚ ਫਿਜ਼ੀਕਲ ਰਿਲੇਸ਼ਨ ਵਿੱਚ ਰਹੇ? ਹਾਂਜੀ ਸਰ, ਉਹ ਤਾਂ ਨਾਰਮਲ ਹੁੰਦਾ ਹੈ ਹਸਬੈਂਡ ਵਾਈਫ ਦਾ।
ਤੁਸੀਂ ਬੱਚਾ ਲੈਣ ਦੀ ਕੋਸ਼ਿਸ਼ ਕੀਤੀ ਹੈ? ਨਹੀਂ ਸਰ। ਇਹਦੇ ਪਿੱਛੇ ਕੋਈ ਕਾਰਨ? ਸਰ ਅਸੀਂ ਸਟੇਬਲ ਨਹੀਂ ਚੱਲੇ ਲਾਈਫ ਦੇ ਵਿੱਚ ਸਰ, ਸਟਰਲਿੰਗ ਲਾਈਫ ਸੀ ਕੈਨੇਡਾ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਸ਼ੁਰੂ ਦੇ ਵਿੱਚ ਸਰ। ਆਈ ਨੋ, ਪਰ ਤੁਹਾਡੀ ਉਮਰ ਵੀ ਦੇਖੀ ਜਾਵੇ 34 ਸਾਲ ਹੈ ਨਾ? ਹਾਂਜੀ ਸਰ। ਤੁਹਾਡੀ ਲੜਾਈ ਦਾ ਕਾਰਨ ਉਹਨੂੰ ਪਤਾ ਹੈ ਜਾਂ ਤੁਹਾਨੂੰ ਪਤਾ ਹੈ? ਸੋ ਉਸ ਲਾਈਨ ਤੇ ਲੈ ਕੇ ਆਓ ਫੌਰਨ ਉਹਨਾਂ ਨੂੰ ਪਲੀਜ਼। ਸਰ ਲੜਾਈ ਦਾ ਕਾਰਨ ਮੇਨ ਸਰ ਲਗਾਤਾਰ ਘੰਟੀਆਂ ਵੱਜ ਰਹੀਆਂ ਜੀ, ਉਹਨਾਂ ਨੂੰ ਪਿਕ ਨਹੀਂ ਕਰ ਰਹੇ, ਜਦੋਂ ਹੀ ਪਿਕ ਕਰਦੇ ਮੈਂ ਲਾਈਨ ਤੇ ਪਾ ਤੁਹਾਡੇ ਮੂੰਹ ਦੇ ਉੱਪਰ ਉਹਨਾਂ ਨੇ 2-3 ਵਾਰੀ ਠੁੱਕਿਆ ਆ, ਔਰ ਇੱਕ ਵਾਰੀ ਜਾਂ 2 ਵਾਰੀ? ਸਰ ਇੱਕ ਵਾਰ ਸਪਿਟਿੰਗ ਕੀਤਾ ਸਰ, ਮੇਰਾ ਸਮਾਨ ਚੱਕ ਕੇ ਬਾਹਰ ਰੱਖਿਆ। ਤਾਂ ਤੇਰੇ ਉਹਨੇ ਚੂੜਾ ਤੋੜ ਕੇ ਤੇਰੇ ਮੂੰਹ ਤੇ ਮਾਰਿਆ? ਹਾਂਜੀ ਸਰ। ਦਿਨ ਵੇਲੇ ਰਾਤ ਵੇਲੇ? ਸਰ ਰਾਤ ਵੇਲੇ। ਚੂੜਾ ਇੰਡੀਆ ਵਿੱਚ ਮਾਰਿਆ ਚੂੜਾ? ਹਾਂਜੀ। ਤੇ ਤੁਹਾਡੀ ਮੰਮੀ ਨੂੰ ਪਤਾ? ਹਾਂਜੀ ਸਰ, ਮੇਰੇ ਸਾਰੇ ਪੇਰੈਂਟਸ ਨੂੰ ਪਤਾ ਵਾ, ਸਾਰੇ ਇਸ਼ੂਜ਼ ਦਾ ਘਰੇ ਪਤਾ ਵਾ ਇਹਦਾ। ਇਹ ਇੰਨੀ ਹਾਈਪਰ ਹੋਣ ਦਾ ਕਾਰਨ ਚੂੜਾ ਤੋੜ ਦੇਣਾ, ਮਾਰਨਾ, ਜਿਹੜਾ ਕਿ ਸ਼ਗਨ ਦੀ ਨਿਸ਼ਾਨੀ ਹੁੰਦੀ ਆ, ਸ਼ਗਨ ਹੁੰਦਾ ਆ, ਤੇ ਤੇਰੀ ਗਗਨ ਨੂੰ ਇਹ ਸੈਂਸ ਨਹੀਂ, ਮੈਨਰਸ ਨਹੀਂ ਹੈ? ਸੋ ਉਹਨਾਂ ਨੂੰ ਮੈਂ ਹੈਰਾਨ ਸੀਗਾ ਸਰ ਇਸ ਗੱਲ ਤੇ ਖੁਦ ਕਿ ਵਾਈ ਸ਼ੀ ਡਿਡ ਦੈਟ? ਕੰਟਰੋਲਿੰਗ ਸਰ, ਮੈਂ ਉਹਦੇ ਪੇਰੈਂਟਸ ਨੂੰ ਵੀ ਲਗਾਤਾਰ ਕਹਿੰਦਾ ਸੀਗਾ ਕਿ ਮੈਨੂੰ ਦੱਸੋ ਇਹ ਵਜ੍ਹਾ ਕੀ ਆ। ਉਹ ਕਹਿੰਦੇ ਸੀ ਥੋੜੇ ਐਂਜ਼ਾਈਟੀ ਇਸ਼ੂਜ਼ ਨੇ, ਇਹਨੂੰ ਮੈਡੀਸਨ ਚੱਲਦੀ ਆ, ਮੈਡੀਸਨ ਖਾ ਲੈਣ ਦਾ ਉਹ ਠੀਕ ਹੋ ਜਾਣਾ। ਮੈਡੀਸਨ ਤੁਸੀਂ ਦੇਖੀ, ਚੈੱਕ ਕੀਤੀ ਆ? ਸਰ ਅੰਮ੍ਰਿਤਸਰ ਤੋਂ ਕਿਸੇ ਕੋਲੋਂ ਮੈਡੀਸਨ ਚੱਲਦੀ ਸੀ, ਮਨੋਰੋ ਕਲੀਨਿਕ ਸੀ, ਉੱਥੇ ਸਰ ਜਾਂਦੇ ਹੁੰਦੇ ਸੀ। ਹੋਮਿਓਪੈਥਿਕ ਸੀ? ਨਹੀਂ ਸਰ, ਉਹ ਐਲੋਪੈਥੀ ਡਾਕਟਰ ਸੀਗੇ, ਸਾਈਕੈਟ੍ਰਿਕ ਸੀਗੇ ਡਾਕਟਰ। ਇਹਨਾਂ ਦਾ ਬੀਪੀ ਵਗੈਰਾ ਹਾਈ ਚੱਲ ਜਾਂਦਾ ਸੀਗਾ? ਨਹੀਂ ਸਰ, ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਇਵੇਂ ਦਾ ਇਸ਼ੂ ਸੀਗਾ ਬੀਪੀ ਦੇ। ਤੁਹਾਡੇ ਤੋਂ ਖੁਸ਼ ਨਹੀਂ ਸੀ ਵਿਆਹ, ਮਤਲਬ ਜਿਹੜੇ 8-9 ਦਿਨਾਂ ਬਾਅਦ ਤੁਹਾਡੀ ਗੜਬੜ ਹੋ ਗਈ, ਮਤਲਬ ਤੁਸੀਂ ਇਹਨੂੰ ਅਸੈਪਟ ਨਹੀਂ ਕੀਤਾ ਜਾਂ ਇਹਨੇ ਤੁਹਾਨੂੰ ਨਹੀਂ ਕੀਤਾ, ਤੇ ਤੁਹਾਡਾ ਆਪਸ ਵਿੱਚ ਹੀ ਜਿਹੜਾ ਰਿਲੇਸ਼ਨ ਆ ਉਹ ਬਿਲਟ ਅਪ ਨਹੀਂ ਹੋਇਆ ਪ੍ਰੋਪਰ? ਸਰ ਮੈਂ ਤਾਂ ਬਹੁਤ ਸਾਰੇ ਟਰਾਈ ਕੀਤੇ। ਤੁਹਾਡਾ ਰਿਲੇਸ਼ਨ ਜਿਹੜਾ ਆ ਉਹ ਤੁਹਾਡੇ ਰਿਲੇਸ਼ਨ ਦਾ ਜਿਹੜਾ ਬਲੱਡ ਹੈ ਮੈਚ ਨਹੀਂ ਹੋ ਸਕਿਆ, ਆਈ ਕੈਨ ਸੇ ਦੈਟ। ਹਾਂਜੀ ਸਰ, ਕਿਉਂਕਿ ਸਰ ਇਹਨਾਂ ਨੂੰ ਪਿੰਡ ਵੀ ਪਸੰਦ ਨਹੀਂ ਸੀ ਨਾ, ਮੈਨੂੰ ਲਗਾਤਾਰ ਕਿਹਾ ਜਾਂਦਾ ਸੀ ਕਿ ਮੈਂ ਪਿੰਡ ਮੈਂ ਇਹ ਕਹਿ ਸਕਦਾ ਕਿ ਤੁਹਾਡਾ ਰਿਲੇਸ਼ਨ ਜਿਹੜਾ ਗਰੁੱਪ ਹੈ ਹਸਬੈਂਡ ਵਾਈਫ ਵਾਲਾ ਉਹ ਮੈਚ ਨਹੀਂ ਕਰ ਸਕਿਆ? ਹਾਂਜੀ ਸਰ ਬਿਲਕੁਲ। ਯੂ ਗਾਟ ਮਾਈ ਪੁਆਇੰਟ, ਮੈਂ ਕਿੱਥੋਂ ਬੋਲ ਰਿਹਾ? ਹਾਂਜੀ ਹਾਂਜੀ ਸਰ। ਸੋ ਤੁਹਾਡੇ ਚ ਵੀਕਨੈਸ ਸੀਗੀ? ਨਹੀਂ ਸਰ ਬਿਲਕੁਲ। ਸੋ ਵਾਈ ਇਜ਼ ਦਿਸ, ਕਿਉਂਕਿ ਇਹ ਤੁਹਾਨੂੰ ਫਿਰ ਇਸ ਤਰ੍ਹਾਂ ਟ੍ਰੀਟਮੈਂਟ ਕਿਉਂ ਕਰ ਰਹੀ ਸੀ? ਇਹਨੇ ਘਰ ਵਿੱਚ ਖਾਣਾ ਆਣ ਕੇ ਤੁਹਾਨੂੰ ਦਿੱਤਾ ਬਣਾ ਕੇ 2-2.5 ਮਹੀਨੇ ਸਵੇਰੇ ਸ਼ਾਮ ਕੈਨੇਡਾ ਚ? ਸਰ ਹਾਂਜੀ, ਸ਼ੁਰੂ ਚ ਬਣਾਇਆ ਵੀ, ਤੇ ਸਰ ਜਦੋਂ ਲੜਾਈ ਹੋ ਜਾਂਦੀ ਸੀ ਤੇ ਉਦੋਂ ਮੈਨੂੰ ਭੁੱਖਾ ਵੀ ਰਹਿਣਾ ਪਿਆ ਕਰੇ। 3 ਦਿਨ ਤੁਹਾਨੂੰ ਘਰੋਂ ਬਾਹਰ ਕੱਢਿਆ? 3 ਵਾਰੀ? 3 ਵਾਰੀ ਸਰ। ਹਾਂਜੀ। ਘਰੋਂ ਤੁਹਾਨੂੰ ਬਾਹਰ ਕੱਢਣ ਦੀ ਨਾਲ ਸਮਾਨ ਵੀ ਚੁੱਕ ਕੇ ਬਾਹਰ ਆ ਦਿੰਦੇ ਸੀਗੇ ਇਹ? ਹਾਂਜੀ ਸਰ। ਤਾਂ ਤੁਸੀਂ ਇੱਕ ਦਿਨ ਬਾਹਰ ਜਦੋਂ ਗਏ ਆ ਤੈਨੂੰ ਦੱਸ ਕੇ ਗਏ ਫਿਰ? ਸਰ ਲਾਸਟ ਡੇ ਮੈਂ ਇਹਨੂੰ ਮੈਸੇਜ ਕੀਤਾ ਸੀਗਾ ਜਦੋਂ ਮੈਂ ਐਕਚੁਅਲੀ ਮੌਂਟਰੀਅਲ ਛੱਡਿਆ ਵਾ ਕਿ ਮੈਂ ਜਾ ਰਿਹਾ ਵਾਂ। ਓਕੇ। ਹਾਂਜੀ। ਤੇ ਸਰ ਇੱਕ ਦਿਨ ਪਹਿਲਾਂ ਸਾਡੇ ਇਸ਼ੂਜ਼ ਕਾਫੀ ਵੱਧ ਗਏ ਸੀਗੇ, ਇਹਨਾਂ ਨੇ ਮੈਨੂੰ ਖੁਦ ਹੀ ਕਹਿਤਾ ਸੀ ਵੀ ਤੂੰ ਚਲੇ ਜਾ ਹੁਣ। ਅੱਛਾ, ਪਤਾ ਬਾਈ ਨੇ ਕਹਿਤਾ ਕਿ ਮੈਂ ਤਾਂ ਰੱਖਣਾ ਨਹੀਂ, ਕਿ ਤੂੰ ਚੱਲ ਜਾ, ਜਿੱਥੇ ਵੀ ਜਾਣਾ ਤੂੰ ਚੱਲ ਜਾ। ਸਰ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਮੈਂ ਤੇਰੇ ਤੇ ਚਾਰजेस ਲਵਾ ਦੇਣੇ ਆ ਪੁਲਿਸ ਨੂੰ ਬੁਲਾ ਕੇ। ਅੱਛਾ, ਇਹਨੇ ਇਹ ਗੱਲ ਕਹੀ ਆ? ਹਾਂਜੀ ਸਰ, ਇਹ ਗੱਲ ਤੁਸੀਂ ਇਹ ਗੱਲ ਪੁਲਿਸ ਨੂੰ ਰਿਪੋਰਟ ਕਰਾਈ ਆ? ਸਰ ਮੈਂ ਐਕਚੁਅਲੀ ਪੁਲਿਸ ਨੂੰ ਕਾਲ ਕੀਤੀ ਸੀ ਕਿ ਮੈਂ ਆਪਣੀ ਕਲੇਮ ਛੱਡ ਰਿਹਾ ਵਾਂ, ਮੈਂ ਕੁਝ ਹੋਰ ਕਲੇਮ ਨਹੀਂ ਕੀਤਾ। No, why you tell to the police case she's saying that? ਸਰ ਮੇਰੀ ਵਾਈਫ ਸੀ, ਮੈਂ ਸਰ ਉਦੋਂ ਮੈਂ ਨਵਾਂ no matter is hold on, ਤੁਸੀਂ ਪੜ੍ਹੇ ਲਿਖੇ ਹੋ, then we try to understand ਕਿ ਜੋ ਕੁਝ ਵੀ ਹੋਇਆ ਹੈ ਪੁਲਿਸ ਨੂੰ ਜੋ ਟੈਲ ਕਰੋ ਕਿ ਮੇਰੀ ਵਾਈਫ ਜਿਹੜੀ ਕਲੇਮ ਕਰ ਰਹੀ ਹੈ, ਇਹ ਨਾ ਹੋਵੇ ਕੱਲ ਨੂੰ ਕਿਤੇ ਤੇਰੇ ਤੇ ਕੋਈ ਇਸ 3 ਮਹੀਨੇ ਬਾਅਦ 4 ਮਹੀਨੇ ਬਾਅਦ ਜਾ ਕਲੇਮ ਕਰ ਦੇਵੇ ਮੈਨੂੰ ਰੇਪ ਕਰਦਾ ਰਿਹਾ ਆ, ਔਰ ਮੈਨੂੰ ਇਹ ਫਿਜ਼ੀਕਲੀ ਟਾਰਚ ਕਰਦਾ ਰਿਹਾ ਆ, ਮਿਸਬਿਹੇਵ ਕਰਦਾ ਰਿਹਾ ਆ, ਫਿਜ਼ੀਕਲੀ ਇਹਨੇ ਮੈਂਟਲੀ ਅਪਸੈਟ ਕੀਤਾ ਆ, ਤਾਂ ਤੈਨੂੰ ਪੁਲਿਸ ਦੱਸਣਾ ਚਾਹੀਦਾ ਸੀਗਾ? ਸਰ ਐਕਚੁਅਲੀ ਮੈਨੂੰ ਇਹਨਾਂ ਚੀਜ਼ਾਂ ਦਾ ਇੰਨਾ ਜ਼ਿਆਦਾ ਪਤਾ ਨਹੀਂ ਸੀ। ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਪਸ ਵਿੱਚ ਵੱਖ ਹੋਇਆ ਨੂੰ? ਸਰ ਲਾਸਟ 29 ਮਾਰਚ ਦੇ ਅਸੀਂ ਵੱਖਰੇ ਹੋਏ ਹਾਂ, ਪਰ ਸਰ ਟੈਲੀਫੋਨਿਕ ਤਾਂ ਸਾਡੀ ਗੱਲ ਚੱਲਦੀ ਸੀ ਵਿੱਚ। ਟੈਲੀਫੋਨ ਦੀ ਕੀ ਪ੍ਰੋਬਲਮ ਸੀ? ਜੀ ਸਰ, ਟੈਲੀਫੋਨਿਕ ਸਰ ਗੱਲ ਚੱਲਦੀ ਸੀ। ਐਕਚੁਅਲੀ ਸਰ ਮੈਨੂੰ ਬਲੌਕ ਕਰਨਾ ਪੈਂਦਾ ਸੀ ਕਿਉਂਕਿ ਫੋਨ ਤੇ ਵੀ ਅਬਿਊਜ਼ਿਵ ਲੈਂਗੁਏਜ ਯੂਜ਼ ਕਰਦੀ ਸੀ ਲਗਾਤਾਰ। ਮੈਂ ਤਾਂ ਸਰ ਟਾਈਮ ਦੇ ਰਿਹਾ ਸੀ ਇਹਨੂੰ ਪ੍ਰੋਪਰ ਤੇ ਆਪਣੇ ਆਪ ਤੇ ਕੰਟਰੋਲ ਕਰਨਾ। hold on come on baby. ਗਗਨ, ਵੈਲਕਮ ਟੂ ਸ਼ੋ। ਹੈਲੋ ਸਰ, ਸਤਿ ਸ਼੍ਰੀ ਅਕਾਲ ਸਰ। ਗਗਨ, ਤੁਸੀਂ ਕਲੇਮ ਕੀਤਾ ਸੀਗਾ ਕੱਲ ਕੁਛ ਹੋਰ ਤੇ ਤੁਹਾਡੇ ਹਸਬੰਡ ਨੇ ਕੁਛ ਕੀਤਾ, ਤੁਹਾਡੇ ਜੇਠ ਪਵਨ ਨੇ ਕਿਹਾ ਕਿ ਤੁਸੀਂ ਉਹਨੂੰ ਮੂੰਹ ਥੁੱਕਿਆ, ਤੁਸੀਂ ਜਵਾਬ ਦਿੱਤਾ ਕਿ ਨੋ। ਤੁਸੀਂ ਪੰਜਾਬ ਦੇ ਵਿੱਚ ਕੁਝ ਹੀ ਦਿਨਾਂ ਵਿੱਚ ਆਪਣਾ ਚੂੜਾ ਜਿਹੜਾ 100 ਸਗਨਾਂ ਦੇ ਨਾਲ ਚੂੜਾ ਪਾਇਆ ਜਾਂਦਾ ਬੇਟਾ, ਇੱਕ ਸੁਹਾਗ ਦੀ ਨਿਸ਼ਾਨੀ ਹੈ, ਤੁਸੀਂ ਉਸ ਤੋੜ ਕੇ ਆਪਣੇ ਹਸਬੰਡ ਦੇ ਚਿਹਰੇ ਤੇ ਜਿਹੜਾ ਉਹਨੂੰ ਥਰੋ ਕੀਤਾ, ਬੰਗਾਂ ਨੂੰ ਕੱਟ ਕੇ ਸਿੱਟਿਆ। ਵਾਈ ਡੂ ਦੈਟ? ਬਿਫੋਰ ਆਈ ਪ੍ਰੋਕਸੀਡ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ
अपने ਹੁਣ ਲਾਇਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਸਰ ਇਸ ਸ਼ੋਅ ਵਿੱਚ ਕਰ ਸਕਦੀ, ਕੋਈ ਕਮੈਂਟ ਨਹੀਂ ਕਰ ਸਕਦੀ। ਲਾ ਨਥਿੰਗ ਟੂ ਡੂ ਵਿਦ ਦਿਸ ਮੈਟਰ, ਕਿਉਂਕਿ ਤੁਸੀਂ ਕੱਲ ਪ੍ਰੋਸੀਡ ਕਰ ਚੁੱਕੇ ਹੋ, ਤੁਸੀਂ ਸਾਨੂੰ ਦੱਸ ਚੁੱਕੇ ਹੋ, ਤੁਸੀਂ ਐਲੀਗੇਸ਼ਨ ਲਾਏ ਨੇ, ਪਰ ਤੁਸੀਂ ਪਾਸੇ Yes, sir. ਤੁਸੀਂ ਆਪ ਡੋਂਟ ਟਰਾਈ ਟੂ ਪਲੇ ਗੇਮ ਵਿਦ ਮੀ ਪਲੀਜ਼, ਐਕਸਕਿਊਜ਼ ਮੀ, ਦੈਟਸ ਯੋਰ ਚੁਆਇਸ। ਤੁਸੀਂ ਜੇ ਨਹੀਂ ਕਰਨੀ ਚਾਹਣਾ ਯੂ ਕੈਨ ਹੈਂਗ ਅਪ ਦੀ ਫੋਨ, ਨੋ ਇਸ਼ੂ। ਗਗਨ ਜੀ ਆਈ ਹੈਵ ਰਿਸਪੈਕਟ ਫॉर ਯੂ। ਤੁਸੀਂ ਮੈਨੂੰ ਕਿਹਾ, ਮੈਂ ਪੁੱਛਿਆ ਕੋਈ ਐਸਾ ਐਲੀਗੇਸ਼ਨ, ਤੁਹਾਡਾ ਹਸਬੈਂਡ ਕਹਿ ਰਿਹਾ ਕਿ ਇਹਨੇ 9 ਦਿਨਾਂ ਬਾਅਦ ਆਪਣਾ ਚੂੜਾ ਜਿਹੜਾ ਸੀਗਾ ਤੋੜ ਕੇ ਮੇਰੇ ਮੂੰਹ ਤੇ ਸਿੱਟਿਆ। ਵਾਈ ਯੂ ਡੂ ਦੈਟ? ਨੋ ਸਰ, 9 ਦਿਨਾਂ ਕੋਈ- ਬਾਅਦ ਤਾਂ ਕੋਈ ਗੱਲ ਨਹੀਂ ਹੋਈ ਸੀ ਇਦਾਂ ਦੀ। ਫਿਰ ਚੂੜਾ ਤੁਸੀਂ ਕਦੋਂ ਸਿੱਟਿਆ ਤੋੜ ਕੇ, ਕਿੰਨੇ ਦਿਨਾਂ ਬਾਅਦ? ਸਰ ਚੂੜਾ ਸੁੱਟਿਆ ਨਹੀਂ ਸੀ ਮੈਂ, ਸਾਡੇ ਜਦੋਂ ਮੈਂ ਵੈਕੇਸ਼ਨ ਤੇ ਗਈ ਸੀ ਓਕੇ, ਸਰ ਉਦੋਂ ਸਾਡੀ ਆਪਸ ਵਿੱਚ ਬਹਿਸ ਜ਼ਰੂਰ ਹੋਈ ਸੀ, ਆਰਗੂਮੈਂਟ ਹੋਇਆ ਆਈ ਸੀ। ਅੰਡਰਸਟੈਂਡ, ਪਰ ਚੂੜਾ ਜਿਹੜਾ ਤੋੜਿਆ ਗਿਆ ਕਦੋਂ ਤੋੜਿਆ ਸੀਗਾ ਆਪ ਜੀ ਨੇ? ਸਰ ਚੂੜਾ ਤੋੜਿਆ ਨਹੀਂ ਸੀ ਮੈਂ। ਹਾਂ, ਟੁੱਟ ਗਿਆ ਸੀਗਾ? ਨੋ ਸਰ ਟੁੱਟ ਨਹੀਂ ਗਿਆ ਸੀ, ਮੈਂ ਉਤਾਰਿਆ ਜ਼ਰੂਰ ਸੀ ਪਰ ਚੂੜਾ ਤੋੜਿਆ ਨਹੀਂ ਸੀ। ਅੱਛਾ, ਉਤਾਰ ਕੇ ਤੁਸੀਂ ਫਿਰ ਮੂੰਹ ਤੇ ਮਾਰਿਆ ਕਿ ਆ ਤੂੰ ਪਾ ਲਾ? ਨੋ ਸਰ ਮੈਂ ਮੂੰਹ ਤੇ ਨਹੀਂ ਮਾਰਿਆ। ਓਕੇ, ਤੁਸੀਂ ਫਿਰ ਇਹਦੇ ਵੱਲੋਂ ਭਗਾ ਕੇ ਮਾਰਿਆ? ਇਹਦੇ ਫਿਜ਼ੀਕਲੀ ਚਿਹਰੇ ਤੇ ਨਹੀਂ ਡਿੱਗਿਆ, ਤੇਰੀ ਬਾਡੀ ਤੇ ਸਿੱਟਿਆ ਤੁਸੀਂ? ਟੈਲ ਮੀ ਟਰੂ, ਤੁਸੀਂ ਬੜੇ ਓਨੈਸਟ ਹੋ, ਆਈ ਨੋਟਿਸ ਦੈਟ ਯੈਸਟਰਡੇ। ਕਮ ਔਨ ਬੇਬੀ, ਟੈਲ ਮੀ ਟਰੂ, ਤੁਸੀਂ ਜੇ ਨਹੀਂ ਤੋੜੀਆਂ ਚੂੜਾ ਫਾਈਨ, ਤੁਸੀਂ ਇਹਨੂੰ ਉਤਾਰਿਆ ਫਾਈਨ, ਪਰ ਤੁਸੀਂ ਇਹ ਚੂੜਾ Yes, sir. ਜੇ ਮੂੰਹ ਤੇ ਨਹੀਂ ਮਾਰਿਆ, ਮੈਂ ਮੰਨਦਾ ਨਹੀਂ ਮਾਰਿਆ ਹੋਵੇਗਾ, ਪਰ ਤੁਸੀਂ ਐਟਲੀਸਟ ਇਹ ਚੂੜਾ ਉਸ ਡਾਇਰੈਕਸ਼ਨ ਨੂੰ ਸਿੱਟਿਆ ਜਿਸ ਡਾਇਰੈਕਸ਼ਨ ਤੇ ਤੁਹਾਡਾ ਹਸਬੈਂਡ ਖੜਾ ਸੀ। ਆਮ ਰਾਈਟ? ਸਰ ਉਤਾਰਿਆ ਸੀ ਬਟ ਨਹੀਂ, ਇਹਨਾਂ ਵੱਲ ਨਹੀਂ ਮਾਰਿਆ ਸੀ ਮੈਂ। ਤੇ ਮੈਂ ਕਿੱਧਰ ਨੂੰ ਸਿੱਟਿਆ ਸੀ ਚੂੜਾ? ਉਤਾਰ ਕੇ ਸਿੱਟਿਆ, ਕਿੱਥੇ ਸਿੱਟਿਆ? ਸਰ ਉਤਾਰ ਕੇ ਰੂਮ 'ਚ ਹੀ ਰੱਖਿਆ ਸੀ ਮੈਂ। ਇਹ ਕਿਉਂ ਕਹਿ ਰਹੇ ਨੇ ਤੋੜਿਆ? ਤੇ ਇਹ ਮੈਂ ਯਕੀਨ ਨਹੀਂ ਕਰਦਾ ਤੁਹਾਡੇ ਮਨ ਦੇ ਵਿੱਚ ਗੁੱਸਾ ਕਿਸੇ ਕਾਰਨ ਕਰਕੇ ਸੀ, ਹੋ ਸਕਦਾ ਹਸਬੈਂਡ ਵਾਈਫ ਦਾ ਛੋਟੀ ਗੱਲ। ਤੁਸੀਂ ਖੁਦ ਆਪ ਵੀ ਕਿਹਾ ਕਿ ਤੂੰ ਮੈਂ ਸਾਡੀ ਹੁੰਦੀ ਸੀਗੀ, ਪਰ ਐਨੀ ਤੂੰ ਮੈਂ ਸ਼ੋਰ ਸ਼ਰਾਬਾ ਤੁਸੀਂ ਕੁਝ ਹੀ ਦਿਨਾਂ ਵਿੱਚ ਪਾਉਣਾ ਸ਼ੁਰੂ ਕਰਤਾ ਆਪਣੇ ਸਹੁਰੇ ਪਿੰਡ ਦੇ ਵਿੱਚ, ਜਿਹੜਾ ਕਿ ਗਲੀ ਮਹੱਲੇ ਵਿੱਚ ਤੁਹਾਡਾ ਸ਼ੋਰ ਸ਼ਰਾਬਾ ਗੂੰਜਦਾ ਰਿਹਾ। ਅੱਛਾ, ਕੰਨਾਂ ਵਿੱਚ ਗੂੰਜਿਆ ਲੋਕਾਂ ਦੇ। ਤੁਸੀਂ ਬੜੇ ਰਿਸਪੈਕਟਡ ਹੋ, ਵੈਲ ਐਜੂਕੇਟਡ ਹੋ, ਚੰਗੀ ਫੈਮਿਲੀ ਨਾਲ ਸੰਬੰਧ ਰੱਖਦੇ ਹੋ। ਚੂੜਾ ਧੀ ਰਾਣੀਏ ਇੱਕ ਸੁਹਾਗ ਦੀ ਨਿਸ਼ਾਨੀ ਹੈ। ਤੁਹਾਡੇ ਹੋਏ ਵਿਆਹ ਨੂੰ ਥੋੜੇ ਦਿਨ ਹੋ ਗਏ, ਇਸ ਚੂੜੇ ਦੇ ਖਾਤਰ ਕਿੰਨੇ ਲੱਖਾਂ ਰੁਪਈਏ ਜਿਹੜੇ ਨੇ ਮਾਂ-ਬਾਪ ਲਾਉਂਦੇ ਨੇ, ਤੁਹਾਨੂੰ ਪੜ੍ਹਾਈ ਦਿੰਦੇ ਨੇ, ਘਰੋਂ ਡੋਲੀ ਤੋੜਦੇ ਨੇ, Sir. ਔਰ ਪੈਸਾ ਇੰਨਾ ਲਾਉਂਦੇ ਨੇ ਕਿ ਸਾਡੀ ਧੀ ਖੁਸ਼ੀ ਨਾਲ ਆਪਣੀ ਜ਼ਿੰਦਗੀ ਦਾ ਜੀਵਨ ਬਤੀਤ ਕਰੇ, ਤੇ ਤੁਸੀਂ ਚੂੜੇ ਨੂੰ ਤੋੜਿਆ ਹੀ ਨਹੀਂ ਬਲਕਿ ਭਗਾ ਕੇ ਮਾਰਿਆ ਉਸ ਆਦਮੀ ਦੇ ਜਿਹੜੇ ਸਿਰ ਦਾ ਸਾਈਂ ਦੇ ਉੱਪਰ ਤੁਸੀਂ ਆਪਣੀ ਬੇਇੱਜ਼ਤੀ ਕੀਤੀ ਆ। ਦੈਟਸ ਨਾਟ ਐਕਸੈਪਟੇਬਲ। ਨੋ ਸਰ ਮੈਂ ਇਹਨਾਂ ਦੇ ਫੇਸ ਤੇ ਨਹੀਂ ਮਾਰਿਆ, ਇਹ ਬਾਰ-ਬਾਰ ਇੱਕੋ ਲਾਈਕ ਇੱਕ ਪੁਆਇੰਟ ਨੂੰ ਹੀ ਹਾਈਲਾਈਟ ਕਰ ਰਹੇ ਨੇ ਕਿ ਕੱਲ ਵੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਮੇਰੇ ਮੂੰਹ ਤੇ ਥੁੱਕਿਆ ਹੈ। ਇਹਨਾਂ ਨੇ ਕਿਹਾ ਹੀ ਨਹੀਂ, ਇਹਨਾਂ ਨੇ ਕਿਹਾ, ਅੱਜ ਵੀ ਕਹਿ ਰਹੇ ਨੇ ਇਹਨਾਂ ਮੇਰੇ ਨੇ ਮੂੰਹ ਤੇ ਕਿਹਾ, ਚੂੜਾ ਉਹ ਮਾਰਿਆ। ਪਵਨ ਨੇ ਕਿਹਾ ਸੀ, ਇਹ ਜੇਠ ਨੇ ਕਿਹਾ ਸੀ ਤੁਹਾਡੇ ਨੇ। ਹਾਂਜੀ ਸਰ, ਮੇਰੇ ਇਹਨਾਂ ਨੇ ਹੀ ਸਰ ਇਹਨਾਂ ਨੇ ਹੀ ਆਪਣੇ ਬ੍ਰਦਰ ਨੂੰ ਦੱਸਿਆ ਨਾ, ਫਿਰ ਹੀ ਉਹ ਕਹਿ ਰਹੇ ਨੇ ਇਹ ਗੱਲਾਂ। ਵੀ ਤੁਸੀਂ ਕੀਤਾ ਹੋਊਗਾ? ਸਰ ਮੈਂ ਨਹੀਂ ਕੀਤਾ ਸਰ। ਦੇਖੋ ਇੱਥੇ ਅਸੀਂ ਦੋਨੋਂ ਹੈਗੇ ਸੀ, ਅਪਾਰਟਮੈਂਟ ਵਿੱਚ ਰਹਿੰਦੇ ਸੀ, ਸਾਡੇ ਨਾਲ ਹੋਰ ਕੋਈ ਨਹੀਂ ਰਹਿੰਦਾ ਸੀ। ਨਹੀਂ, ਚੂੜੇ ਦੀ ਗੱਲ ਤਾਂ ਇੰਡੀਆ ਦੀ ਆ, ਮਦਾਰਾਂ ਦੀ ਆ। ਹਾਂਜੀ ਸਰ, ਮਦਾਰਾਂ ਦੀ ਗੱਲ ਹੈ। ਮਦਾਰਾਂ ਦੇ ਵਿੱਚ ਤੁਸੀਂ ਚੂੜੇ ਨੂੰ ਤੋੜਿਆ, ਤੁਸੀਂ ਕਹਿੰਦੇ ਉਤਾਰਿਆ ਆ, ਫਿਰ ਤੁਸੀਂ ਕਹਿੰਦੇ ਲਾ ਕੇ ਰੱਖਿਆ ਆ, ਇਹ ਕਹਿੰਦੇ ਮਾਰਿਆ ਆ। ਹੁਣ ਅਸੀਂ ਸਮਝ ਕਿੱਦਾਂ ਜਾਈਏ? ਮੈਨੂੰ ਸਮਝਾਓ ਇਹ ਸੱਚ ਕੀ ਹੈ? ਸਰ ਉਦੋਂ ਜਿਹੜਾ ਝਗੜਾ ਹੋਇਆ ਸੀ ਸਾਡਾ ਦੋਨਾਂ ਦਾ ਆਪਸ ਚ ਹੋਇਆ ਸੀ, ਐਂਡ ਰੂਮ ਚ ਹੋਇਆ ਸੀ ਝਗੜਾ। ਫੈਮਿਲੀ ਵਾਲੇ ਆਏ ਸੀ, ਰੂਮ ਦੇ ਵਿੱਚ ਆਏ ਸੀ ਜਦੋਂ ਅਸੀਂ ਝਗੜਾ ਕਰਦੇ ਪਏ ਸੀ ਇੱਕ ਤੁਸੀਂ ਦੂਸਰੇ ਝਗੜਾ ਨਾਲ। ਕਦ? ਵਾਈ ਯੂ ਫਾਈਟ? ਇੰਨੇ ਦਿਨਾਂ ਵਿੱਚ ਇੰਨੀ ਫਾਈਟ ਤੁਸੀਂ ਜੇ ਲੜਾਈ ਦਾ ਤੁਹਾਨੂੰ ਸ਼ੌਕ ਹੈ, ਤੁਸੀਂ ਪਾਕਿਸਤਾਨ ਤੇ ਆਪਣੇ ਹਿੰਦੁਸਤਾਨ ਦੀ ਲੜਾਈ ਜਿਹੜੀ ਹੁੰਦੀ ਹੈ ਸਰਹੱਦ ਤੇ ਚੱਲ ਜਾਓ, ਚੁੱਕ ਬੰਦੂਕਾਂ ਉੱਤੇ ਜਾ ਕੇ ਲੜੋ, ਸਰ ਦੇਸ਼ ਕੌਮ ਦੇ ਰਖਵਾਲੇ ਬਣੋ। ਸਰ ਫਾਈਟ ਦਾ ਸ਼ੌਂਕ ਨਹੀਂ ਹੈ, ਜਿਹੜਾ ਅਗਰ ਕੋਈ ਇਸ਼ੂ ਰੇਜ਼ ਹੁੰਦਾ ਸੀ ਉਸ ਤੇ ਆਰਗੂਮੈਂਟ ਹੁੰਦਾ ਸੀ, ਉਹ ਫਾਈਟ 'ਚ ਚੇਂਜ ਹੋ ਜਾਂਦਾ ਸੀ। ਜੇ ਪੜ੍ਹੇ ਲਿਖੇ ਬੰਦੇ ਇੰਨੇ ਐਜੂਕੇਟਡ ਬੰਦੇ ਕੁਝ ਹੀ ਦਿਨਾਂ ਵਿੱਚ ਆਪਸੇ ਲੜਨ ਤੇ ਜ਼ਿੰਦਗੀ ਜਿਹੜੀ ਕਿੱਧਰ ਨੂੰ ਜਾਵੇਗੀ? ਕਿੱਥੋਂ ਸਮਾਜ ਜਾ ਰਿਹਾ? ਤੁਸੀਂ ਅਨਪੜ੍ਹ ਨਹੀਂ ਹੋ, ਤੁਸੀਂ ਪੜ੍ਹੇ ਲਿਖੇ ਹੋ, ਚੰਗੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ, ਚੰਗੀ ਤੁਹਾਡੀ ਪਰਸਨੈਲਿਟੀ ਆ, ਚੰਗੇ ਜੌਬ ਕਰਦੇ ਹੋ, ਚੰਗੇ ਦੇਸ਼ ਵਿੱਚ ਆਏ ਹੋ, ਔਰ ਤੁਸੀਂ ਆਪਣੀ ਮਿਹਨਤ ਨਾਲ ਆਏ ਹੋ, ਔਰ ਕੋਈ ਵੀ ਕਲੰਕ ਨਹੀਂ ਤੁਹਾਡੇ ਤੇ, ਤੁਸੀਂ ਹੀਰਾਫੇਰੀ ਨਹੀਂ ਕੀਤੀ, ਕੋਈ ਫਰਾਡ ਨਹੀਂ ਕੀਤਾ, ਕਿ ਤੁਹਾਡਾ ਇੱਥੋਂ ਤੱਕ ਕੁਝ ਦਿਨਾਂ ਵਿੱਚ ਐਡਾ ਵੱਡਾ ਡਿਸਪਿਊਟ ਵੱਧ ਜਾਣਾ। ਮੈਨੂੰ ਲੱਗਦਾ ਕਿ ਤੁਸੀਂ ਇੱਕ ਦੂਜੇ ਨੂੰ ਫਿਜ਼ੀਕਲ ਤੌਰ ਤੇ ਸੈਟੀਸਫਾਈਡ ਨਹੀਂ ਕਰ ਸਕੇ। ਆਈ ਐਮ ਰਾਈਟ? Sir, I will not agree with this point that physical तौर पे नहीं, like मैं इस चीज से सर कमेंट भी नहीं करना चाहूंगी। ਓਕੇ ਫਾਈਨ। ਸੋ ਆਪਣੇ ਦਲਵੀਰ ਤੁਹਾਡੇ ਆਪ ਜੀ ਦੇ ਧਰਮ ਪਤਨੀ ਗਗਨਦੀਪ ਜੀ ਕਹਿ ਰਹੇ ਨੇ ਕਿ ਇਹ ਸਾਰਾ ਝੂਠ ਹੈ, ਨਾ ਮੈਂ ਥੁੱਕਿਆ ਆ ਤੇ ਨਾ ਮੈਂ ਚੂੜਾ ਜਿਹੜਾ ਹੈ ਤੁਹਾਡੇ ਤੋੜਿਆ, ਤੇ ਨਾ ਮੈਂ ਉਹਨੂੰ ਤੁਹਾਡੇ ਚਿਹਰੇ ਤੇ ਸਿੱਟਿਆ, ਤੇ ਨਾ ਉਹਨੂੰ ਮੈਂ ਉਤਾਰਿਆ। ਪਰ ਗਗਨ ਚੂੜਾ ਉਤਾਰਿਆ ਕਿਉਂ? ਤੂੰ ਮੈਨੂੰ ਦੱਸ ਪਹਿਲਾਂ।
ਸਰ ਕਿਉਂਕਿ ਮੈਰਿਜ ਨੂੰ ਟਾਈਮ ਹੋ ਗਿਆ ਸੀ, ਕਾਫੀ ਟਾਈਮ ਹੋ ਗਿਆ ਸੀ। No, you have some certain ਮੇਰੇ ਕੋਲ ਕੁਝ ਮਹੀਨੇ ਹੁੰਦੇ ਆ, ਉਹਨਾਂ ਮਹੀਨੇ ਤੋਂ ਬਾਅਦ ਜਿਹੜਾ ਉਤਾਰੀ ਦਾ ਚੂੜਾ, ਨਾ ਕਿ ਤੂੰ 9ਵੇਂ ਦਿਨ ਚੂੜੇ ਨੂੰ ਉਤਾਰ ਹਾਂਜੀ ਸਰ, ਦੇ। ਉਸ ਤੋਂ ਵੱਧ ਟਾਈਮ ਤੇ ਹੀ ਉਤਾਰਿਆ ਸੀ ਮੈਂ। No, ਵਧਾਇਆ ਸੀ ਤੁਸੀਂ ਚੂੜਾ। no, ਤੁਸੀਂ ਜੇ ਵਧਾਇਆ ਹੁੰਦਾ, ਤੁਸੀਂ ਉਤਾਰਨ ਦਾ ਵੀ ਕੋਈ ਸਮਾਂ ਹੁੰਦਾ ਹੈ, ਉਹ ਨਾ ਕਿ ਰਾਤ ਨੂੰ ਉਤਾਰਨਾ ਹੁੰਦਾ। ਉਹ ਕਿਸੇ ਬਜ਼ੁਰਗ ਮਾਤਾ ਪੁੱਛ ਕੇ ਦੇਖੋ, ਸਾਡੀਆਂ ਭੈਣਾਂ ਸਾਨੂੰ ਕਾਲ ਕਰਨ ਜਿਹਨੂੰ ਪਤਾ ਕਿ ਰਸਮ ਕੀ ਹੈ ਚੂੜੇ ਨੂੰ ਉਤਾਰਨ ਦੀ, ਤੇ ਚੂੜੇ ਨੂੰ ਪਾਉਣ ਦੀ ਰਸਮ ਬਾਰੇ ਜਾਣਕਾਰੀ ਸਾਰਿਆਂ ਨੂੰ ਪਤਾ ਹੈ ਕਿ ਚੂੜਾ ਜਿਹੜਾ ਕੌਣ ਪਾਉਂਦਾ ਆ, ਤੇ ਜਿਹੜਾ ਚੂੜਾ ਲਾਇਆ ਜਾਂਦਾ ਜਾਂ ਚੂੜਾ ਤੋੜਿਆ ਜਾਂਦਾ, ਕਿ ਚੂੜਾ ਤੋੜ ਕੇ ਇਹ ਰਸਮ ਹੈ ਕਿ ਆਪਣੇ ਆਦਮੀ ਦੇ ਸਿਰ ਤੇ ਜਾਂ ਆਦਮੀ ਦੇ ਚਿਹਰੇ ਤੇ ਮਾਰੋ? ਦੈਟਸ ਨਾਟ ਰਾਈਟ ਸਰ। ਨੋ ਸਰ, ਮੈਂ ਫੇਸ ਤੇ ਨਹੀਂ ਮਾਰਿਆ ਇਹਨਾਂ ਦੇ। ਦਲਪ੍ਰੀਤ, ਤੁਸੀਂ ਕੀ ਕਹਿਣਾ ਚਾਹੁੰਦੇ? ਟੈਲ ਮੀ ਟਰੂ, ਹਾਊ ਯੂ ਕੈਨ ਪ੍ਰੂਵ ਦੈਟ ਕਿ ਨਹੀਂ ਮਾਰਿਆ? How can he prove that, sir? ਮੈਂ ਇਹਨਾਂ ਦੇ ਮੂੰਹ ਤੇ ਮਾਰਿਆ। ਓਕੇ, ਹੋਲਡ ਔਨ ਗਗਨ ਸਰ ਜੀ। ਮਾਰਿਆ ਸੀ ਇਹਨਾਂ ਨੇ। ਹਾਂਜੀ ਸਰ ਇਹਨਾਂ ਨੇ ਮਾਰਿਆ ਸੀ, ਗਗਨ ਨੇ ਮੇਰੇ ਮੂੰਹ ਤੇ ਚੂੜਾ। ਇਹਨਾਂ ਦੀ ਪੇਰੈਂਟਸ ਨੈਕਸਟ ਡੇ ਆਏ ਸੀ ਅਪੋਲੋਜੀ ਕਰਨ ਸਾਡੇ ਘਰੇ। ਉਹਨਾਂ ਨੂੰ ਸਾਰੀ ਗੱਲਬਾਤ ਦਾ ਪਤਾ ਹੈ। ਉਹ ਅਪੋਲੋਜੀ ਕਰਨ ਆਏ ਚੂੜੇ ਕਰਕੇ? ਹਾਂਜੀ ਸਰ ਸਰ, ਗਗਨ ਨਹੀਂ, ਨੂੰ ਵੀ ਚੂੜੇ ਪਤਾ ਕਰਕੇ ਉਹ ਅਪੋਲੋਜੀ ਨਹੀਂ ਕਰਨ ਆਏ ਸੀ। ਉਹ ਸਾਡੇ ਦੋਨਾਂ ਦਾ ਜੋ ਡਿਸਪਿਊਟ ਹੋਇਆ ਸੀ ਉਹਦੀ ਸੈਟਲਮੈਂਟ ਕਰਵਾਉਣ ਵਾਸਤੇ ਆਏ ਸੀ ਇਹਨਾਂ ਦੇ ਘਰ ਵਿੱਚ। ਕਿਹੜੀ ਔਰ ਇਹਨਾਂ ਸੈਟਲਮੈਂਟ, ਨੇ ਕਿਹੜੀ ਖੁਦ ਬੁਲਾਇਆ ਸੈਟਲਮੈਂਟ, ਸੀ ਮੇਰੀ। ਕਿਹੜੀ ਪ੍ਰੋਬਲਮ ਸੀ ਤੁਹਾਨੂੰ ਸੈਟਲਮੈਂਟ ਕਰਨ ਵਾਸਤੇ ਉਹਨਾਂ ਨੂੰ ਬੁਲਾਉਣਾ ਪਿਆ? ਕਿਹੜਾ ਐਡਾ ਵੱਡਾ ਝਗੜਾ ਹੋ ਗਿਆ ਸੀ? ਕਾਰਨ ਕੀ ਸੀ? ਮੈਂ ਚਾਹ ਤੁਹਾਨੂੰ ਇਕੱਠੇ ਕਰਨਾ, ਬੋਲੋ। ਸਰ ਮੈਂ ਇਸ ਗੱਲ ਨੂੰ ਐਕਸਪੋਜ਼ ਨਹੀਂ ਕਰ ਸਕਦੀ ਮੈਂ ਕਿ ਕਿਹੜੀ ਗੱਲ ਤੇ ਸਾਡੀ ਝਗੜਾ ਹੋਇਆ ਸੀ। ਓਕੇ ਫਾਈਨ, ਦਲਵੀਰ ਯੂ ਟੈਲ ਮੀ, ਯੂ ਹੈਵ ਟੂ ਟੈਲ ਮੀ, ਆਈ ਵੋਂਟ ਲੈਟ ਯੂ ਗੋ। ਕਿਹੜਾ ਐਸਾ ਡਿਸਪਿਊਟ ਸੀ ਜਿਸ ਕਰਕੇ ਤੁਹਾਡੇ ਇਨ ਲਾਅ ਨੂੰ ਇਨਵੋਲਵ ਹੋਣਾ ਪਿਆ? ਟੈਲ ਮੀ ਟਰੂ। I'm losing my energy. Please open it. Dalveer, don't waste my ਕੋਈ ਗੱਲ time. ਨਹੀਂ ਸੀ ਇਹਨਾਂ ਨੂੰ। ਤਾਂ ਸਿਰਫ ਸਰ ਇੰਡੀਆ ਆਏ ਸੀ, ਐਂਗਰ ਇਸ਼ੂ ਸੀ ਸਰ। ਹਾਂਜੀ, ਮੇਰੇ ਨਾ ਪੇਰੈਂਟਸ ਨੂੰ, ਮੇਰੇ ਘਰੇ ਮੇਰੇ ਬ੍ਰਦਰ ਨੂੰ, ਵੱਡੇ ਦੋਵੇਂ ਬ੍ਰਦਰ ਨੂੰ ਤੇ ਫਾਦਰ ਸਾਹਿਬ ਨੂੰ ਡੇਂਗੂ ਬੁਖਾਰ ਹੋਇਆ ਹੋਇਆ ਸੀ। ਡੇਂਗੂ ਬੁਖਾਰ ਸੀ, ਉੱਚੀ ਬੋਲੋ ਫਿਰ ਪਲੀਜ਼। ਸਰ ਮੇਰੇ ਪੇਰੈਂਟਸ ਨੂੰ ਡੇਂਗੂ ਬੁਖਾਰ ਹੋਇਆ ਹੋਇਆ ਸੀਗਾ ਉਸ ਟਾਈਮ ਤੇ। ਮੈਨੂੰ ਥੋੜਾ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਸੀਗਾ। ਓਕੇ, ਸਰ ਪੇਰੈਂਟਸ ਨੂੰ ਨਹੀਂ ਹੋਇਆ ਸੀ, ਇਹਨਾਂ ਦੇ ਬ੍ਰਦਰ ਨੂੰ ਹੋਇਆ ਸੀ। ਇਹਨਾਂ ਦੇ ਬ੍ਰਦਰ ਨੂੰ, ਦੋਨਾਂ ਬ੍ਰਦਰਸ ਨੂੰ ਹੋਇਆ ਸੀ ਡੇਂਗੂ ਫੀਵਰ। ਓਕੇ, ਪੇਰੈਂਟਸ ਇਹਨਾਂ ਦੇ Father ਠੀਕ ਨੂੰ ਵੀ ਸੀ, ਸੀਗਾ। ਫਾਦਰ ਇਹਨਾਂ ਦੇ ਥੋੜੇ ਸਿਕ ਰਹਿੰਦੇ ਨੇ। ਓਕੇ, ਹੋਲਡ ਔਨ, ਲੈਟ ਮੀ ਟਾਕ ਟੂ ਹਿਮ ਨਾਓ। ਪਲੀਜ਼ ਗਗਨ, ਲੈਟ ਮੀ ਟਾਕ ਟੂ ਯੂਰ ਹਸਬੈਂਡ। ਓਕੇ, ਬੋਲੋ। ਤੇ ਹੋਇਆ ਸੀ, ਮੇਰੇ ਫਾਦਰ ਨੂੰ ਵੀ ਡੇਂਗੂ ਹੋਇਆ ਸੀ, ਸਾਰਿਆਂ ਨੂੰ ਸੀਗਾ। ਕਿਉਂਕਿ ਮੇਰੇ ਫਾਦਰ ਤਾਂ ਵੈਸੇ ਵੀ ਕਿਤੇ ਜਾਂਦੇ ਆਉਂਦੇ ਨਹੀਂ ਹੈਗੇ ਜ਼ਿਆਦਾ, ਤੇ ਮੈਨੂੰ ਬੜੀ ਉਹਨਾਂ ਦੀ ਕੇਅਰ ਕਰਨੀ ਪੈਂਦੀ ਸੀ। ਥੋੜਾ ਕੋਈ ਮੈਡੀਸਿਨ ਵਗੈਰਾ ਲਿਆਉਣੀ ਜਾਂ ਕੋਈ ਫਲ ਫਰੂਟ ਲੈ ਕੇ। ਓਕੇ, ਬਾਈਂਡ ਅਪ ਕਰੋ, ਕੀ ਕਾਰਨ ਕੀ ਸੀ ਲੜਾਈ ਦਾ, ਬੋਲੋ। ਤੇ ਸਰ ਮੈਨੂੰ ਉਹਨਾਂ ਨੂੰ ਟਾਈਮ ਦੇਣਾ ਪੈਂਦਾ ਸੀਗਾ ਥੋੜਾ ਜਿਹਾ, ਇਸ ਕਰਕੇ ਇਹ ਗੁੱਸੇ ਸੀਗੇ ਕਿ ਮੈਂ ਕੈਨੇਡਾ ਤੋਂ ਆਈ ਹਾਂ ਤੇ ਤੂੰ ਮੈਨੂੰ ਪ੍ਰੋਪਰ ਟਾਈਮ ਨਹੀਂ ਦੇ ਰਿਹਾ, ਫੈਮਿਲੀ ਨੂੰ ਟਾਈਮ ਦੇ ਰਿਹਾ ਹਾਲੇ ਵੀ। ਜਦ ਕਿ ਮੇਰੇ ਸਾਰੇ ਪੇਰੈਂਟਸ ਦੇ ਪਲੇਟਲੈਟ ਜਿਹੜੇ ਸੀ 50,000 ਤੋਂ ਘਟ ਗਏ ਸੀਗੇ, ਤੇ ਉਹਨਾਂ ਦੀ ਕੰਡੀਸ਼ਨ ਲੀਥਲ ਸੀਗੀ। ਅੱਛਾ, ਮੇਰੇ ਕਰਕੇ ਘਰ ਦੇ ਵਿੱਚ ਬਿਮਾਰੀ ਦਾ ਕਾਰਨ ਹੈ ਕਿ ਗਗਨ ਜੀ ਕੈਨੇਡਾ ਤੋਂ ਆਏ ਸੀ, ਸੁਭਾਵ ਕਿਹਾ ਕਿ ਤੁਹਾਡੀ ਵਾਈਫ ਕਹਿੰਦੀ ਹੁਣ ਮੈਂ ਏਡੀ ਦੂਰ ਆਈ ਆ ਤੇ ਮੇਰੇ ਨਾਲ ਟਾਈਮ ਨਹੀਂ ਸਪੈਂਡ ਕਰਦਾ, ਤੇ ਤੁਸੀਂ ਟਾਈਮ ਸਪੈਂਡ ਨਹੀਂ ਸੀ ਕਰਦੇ ਬਿਕੋਜ਼ ਫੈਮਿਲੀ ਵਿੱਚ ਕੁਝ ਮੈਂਬਰ ਜਿਹੜੇ ਬਿਮਾਰ ਸੀ। ਤੁਹਾਡੀ ਕਾਰਨ ਇਹ ਆ? ਸਰ ਟਾਈਮ ਦਾ ਇਦਾਂ ਦਾ ਕੋਈ ਇਸ਼ੂ ਨਹੀਂ ਸੀ ਸਰ। 3 ਟਾਈਮ ਦੀ ਰੋਟੀ ਅਸੀਂ ਇਕੱਠੇ ਖਾਂਦੇ ਸੀ, ਰਾਤ ਨੂੰ ਸੌਂਦੇ ਅਸੀਂ ਇਕੱਠੇ ਸੀ, ਦਿਨੇ ਵੀ ਸਰ ਮੂਵੀ ਵਗੈਰਾ ਇਕੱਠੇ ਦੇਖਦੇ ਸੀ ਟੀਵੀ ਤੇ। ਟਾਈਮ ਸਰ ਮੈਂ ਪ੍ਰੋਪਰ ਦਿੰਦਾ ਸੀ, ਪਰ ਸਰ ਮੈਨੂੰ ਆਪਣੀ ਫੈਮਿਲੀ ਵੀ ਦੇਖਣੀ ਪੈਣੀ ਹੈ ਸਰ। ਜਿਹੜੇ ਹੁਣ ਇਹਨਾਂ ਦੀ ਕੰਡੀਸ਼ਨ ਇੰਨੀ ਖਰਾਬ ਹੈ ਸਰ, ਉਹਨਾਂ ਨੂੰ ਵੀ ਪ੍ਰਾਇੋਰਟੀ ਚਾਹੀਦੀ ਹੈ। ਅੱਛਾ, ਤੁਸੀਂ ਜਦੋਂ ਆਏ ਤਾਂ ਇਹਨਾਂ ਨੇ 3 ਵਾਰੀ ਤੁਹਾਡਾ ਘਰੋਂ ਸਮਾਨ ਬਾਹਰ ਰੱਖ ਦਿੱਤਾ, ਤੁਸੀਂ ਇੱਕ ਦਿਨ ਚਲੇ ਗਏ ਦੱਸ ਕੇ? ਹਾਂਜੀ ਸਰ। ਸਰ ਉਹ ਤੋਂ ਨੈਕਸਟ ਡੇ ਨਾ, ਜਦੋਂ ਸਰ ਇਸ਼ੂ ਸੀਗਾ ਇੰਡੀਆ ਵਾਲਾ ਚੂੜੇ ਵਾਲਾ, ਉਹ ਤੋਂ ਨੈਕਸਟ ਡੇ ਇਹਦੇ ਫਾਦਰ ਨੇ ਇਹਦੇ ਸਲੈਪ ਵੀ ਕੀਤੀ ਹੈ ਸਾਡੇ ਘਰੇ, ਚਪੇੜ ਵੀ ਮਾਰੀ ਆ ਕੇ ਵੀ ਤੂੰ ਗਲਤ ਕਰ ਰਹੀ ਆ। ਇਹ ਡੈਡੀ ਨੇ ਇਹਦੇ ਮਾਰੇ ਘੂਰਿਆ ਕਿਉਂਕਿ ਪੇ ਨੂੰ ਦੁੱਖ ਹੁੰਦਾ ਆਪਣੀ ਧੀ ਦਾ। ਉਹ ਚਾਹੁੰਦਾ ਮੇਰੀ ਧੀ ਆਪਣੇ ਘਰ ਵਿੱਚ ਸੁਖੀ ਵਸੇ, ਜਿੱਥੇ ਧੀ ਗਲਤ ਹੈ, ਜੇ ਨਹੀਂ ਗਲਤ ਤਾਂ ਵੀ ਘੂਰ ਦਿੰਦਾ ਪੇ, ਕਿਉਂਕਿ ਲਾਡਲੀ ਧੀ ਹੁੰਦੀ ਆ। ਗਗਨ, ਇਸ ਟਰੂ ਤੁਹਾਨੂੰ ਸਲੈਪ ਕੀਤਾ ਸੀ? ਸਰ ਇਟਸ ਟਰੂ। ਸੀ ਯੂ ਆਰ ਰਾਈਟ ਗਰਲ, ਸੱਚ ਬੋਲ ਰਹੀ ਆ। ਸਿਰ ਸਾਹਿਬ ਨੋਟ ਕਰੋ ਕਿ ਇਹਨਾਂ ਨੇ ਇੱਕ ਉਹਨੂੰ ਸਲੈਪ ਕੀਤਾ, ਜਾਨ ਕਿ ਇਹਨਾਂ ਨੇ ਪਿਆਰ ਨਾਲ ਇਹਨਾਂ ਨੇ ਇੱਕ ਇਸ ਤਰ੍ਹਾਂ ਕੀਤਾ। ਤੇ ਬਸ ਇਹਨਾਂ ਦੇ ਜਿਹੜਾ ਇਸ਼ੂ ਹੈ ਨਾ, ਇਹਨਾਂ ਦੀ ਮਿਸਅੰਡਰਸਟੈਂਡਿੰਗ ਦੇ ਵਿੱਚ ਜਿਹੜਾ ਗਗਨ ਜੀ ਵਾਰੀ-ਵਾਰੀ ਕਹਿ ਰਹੇ ਨੇ ਕਿ ਮੈਂ ਦੱਸ ਨਹੀਂ ਸਕਦੀ ਕਿਹੜੀ ਗੱਲੋਂ ਲੜਾਈ ਹੋਈ, ਮੈਨੂੰ ਉਹੀ ਕਾਰਨ ਲੱਗਦਾ। ਉਹ ਜੇ ਥੋੜਾ ਬਹੁਤ ਹਿੰਟ ਤੁਸੀਂ ਲੈ ਸਕੋ ਇਹਨਾਂ ਤੋਂ। I don't have that kind electronic that device yet. ਦਲਵੀਰ, why you tell me ਕਿ what's reason behind ਤੁਹਾਡੀ ਪ੍ਰੋਬਲਮ ਕੀ ਆ? ਪਲੀਜ਼ ਓਪਨ ਕਰੋ, ਜਲਦੀ ਕਰੋ ਚੈਪਟਰ ਨੂੰ। I'm running behind the show. ਸਰ ਮੇਰੇ ਲਈ ਤਾਂ ਐਂਗਰ ਇਸ਼ੂਜ਼ ਹੀ ਆ ਇਹਨਾਂ ਦੇ, ਇੰਨਾ ਜ਼ਿਆਦਾ ਹਾਈਪਰ ਹੋ ਜਾਂਦੇ ਆ ਸਰ, ਮੈਂ ਇਹਨਾਂ ਨਾਲ ਰਹਿ ਨਹੀਂ ਸਕਿਆ ਬਸ। ਕਿਉਂਕਿ ਸਰ ਹਾਈਪਰ ਹੋ ਕੇ ਜੇ ਤੁਸੀਂ ਬੰਦੇ ਦੀ ਇੰਨੀ ਇਨਸਲਟ ਕਰ ਦਿੰਦੇ ਹੋ ਸਰ, ਨਾਲ ਦੇਣਾ ਬਹੁਤ ਮੁਸ਼ਕਲ ਹੋ ਜਾਂਦਾ। ਇਹਦਾ ਹੱਲ ਨਹੀਂ ਹੈ ਕਿ ਤੁਸੀਂ ਜੇ ਹਾਈਪਰ ਹੋ ਜਾਂਦੇ ਤੁਹਾਡੀ ਵਾਈਫ ਤਾਂ ਤੁਸੀਂ ਘਰੋਂ ਬਾਹਰ ਚਲ ਜਾਓ ਵਾਈਫ ਨੂੰ ਛੱਡ ਕੇ? ਸਰ ਮੈਂ ਇਸ ਰਿਲੇਸ਼ਨ ਨੂੰ ਬਹੁਤ ਜ਼ਿਆਦਾ ਟਾਈਮ ਦਿੱਤਾ ਸਰ, ਕਿਉਂਕਿ ਪਹਿਲਾਂ ਜਦੋਂ ਕੈਨੇਡਾ ਸੀਗੇ ਨਹੀਂ ਟਾਈਮ ਮਹੀਨੇ ਅੜਕ ਤੋਂ ਰਹੇ ਆ, ਕਿੰਨਾ ਟਾਈਮ ਦਿੱਤਾ ਕਿਤੇ ਗਗਨ ਨੂੰ? ਗਗਨ ਤੁਸੀਂ ਐਡਜਸਟ ਕਰ, ਬਹੁਤ ਜ਼ਿਆਦਾ ਇਨਸਲਟ ਕਰਦੇ ਆ। ਹੋਲਡ ਔਨ ਗਗਨ, ਤੁਸੀਂ ਐਡਜਸਟ ਕਰਨਾ ਸੀ। ਸ਼ੀ ਇਜ਼ ਵੈਰੀ ਐਡਜਸਟੇਬਲ ਵੂਮਨ, ਔਰ ਔਰਤ ਨੂੰ ਐਡਜਸਟ ਕਰਨਾ ਬਹੁਤ ਈਜ਼ੀ ਆ।
ਉਹਨੂੰ ਮੈਕਸਿਮਮ ਤੁਸੀਂ ਟਾਈਮ ਦਿਓ, ਉਹਨੂੰ ਲੱਲਾ ਪੱਬਾ ਕਰੋ, ਗਗਨ ਜੀ ਤੁਸੀਂ ਬੜੇ ਅੱਛੇ ਹੋ, ਪਿਆਰੇ ਹੋ, ਜੋ ਵੀ ਕਹਿਣਾ ਹੁੰਦਾ ਮੈਂ ਕਹਿ ਨਹੀਂ ਸਕਦਾ ਰੇਡੀ ਤੇ, ਤੁਸੀਂ ਇਹਨੂੰ ਹੱਕ ਕਰਦੇ, ਤੁਸੀਂ ਇਹਨੂੰ ਯੂ ਗਾਟ ਮਾਈ ਪੁਆਇੰਟ, ਤੁਸੀਂ ਮੂਵੀ ਲੈ ਕੇ ਜਾਂਦੇ, ਇਹਨਾਂ ਨੂੰ ਸ਼ਾਪਿੰਗ ਕਰਾਉਂਦੇ, ਇਹਨਾਂ ਨੇਚਰ ਨੂੰ ਚੇਂਜ ਕਰਦੇ। ਇਹ ਤਾਂ ਕੰਮ ਮੈਂ ਕਰਦਾ ਰਿਹਾ ਸਰ। ਹਾਂਜੀ, ਇਸ ਕੰਮ ਤੋਂ ਤਾਂ ਸਰ ਗਗਨ ਵੀ ਮਨਾ ਨਹੀਂ ਕਰ ਸਕਦੀ, ਇਹ ਤਾਂ ਸਰ ਮੈਂ ਸਾਰਾ ਕਰਦਾ ਰਿਹਾ। ਗਗਨ ਸਟ੍ਰੋਕ ਇਹ ਤੁਹਾਨੂੰ ਲੱਲਾ ਪੱਬਾ ਕਰਦੇ ਸੀ ਇਨ ਕਿ ਸੈਂਸ ਕਿ ਤੁਹਾਨੂੰ ਪਿਆਰ ਦਿੰਦੇ ਸੀਗੇ? ਸਰ ਮੈਂ ਤੁਹਾਨੂੰ ਦੱਸਦੀ ਸਰ, ਜਦੋਂ ਇਹ ਇੱਥੇ ਆਏ ਸੀ ਹਾਂ ਐਂਡ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਅਸੀਂ ਬਾਹਰ ਘੁੰਮਣ ਜਾਂਦੇ ਆ, ਤੇ ਇਹ ਮੈਨੂੰ ਅੱਗੇ ਜਵਾਬ ਦਿੰਦੇ ਸੀ ਕਿ ਮੈਨੂੰ ਘੁੰਮਣ ਦਾ ਸ਼ੌਂਕ ਨਹੀਂ ਹੈਗਾ। ਐਂਡ ਇਹ ਗੱਲ ਇਹਨਾਂ ਦੀ ਸਿਸਟਰ ਇਨ ਲਾਅ ਨੇ ਵੀ ਮੈਨੂੰ ਕਹੀ ਕਿ ਗਗਨ ਉਹਨੂੰ ਘੁੰਮਣ ਦਾ ਸ਼ੌਂਕ ਨਹੀਂ ਹੈਗਾ, ਜਦਕਿ ਮੈਂ ਐਕਸਾਈਟਡ ਹੈਗੀ ਸੀ ਕਿ ਦੋਨੋਂ ਬਾਹਰ ਜਾਈਏ। ਇਹ ਨਿਊ ਕੰਟਰੀ ਚ ਆਏ ਸੀ। ਓਕੇ, ਸਿਸਟਰ ਇਨ ਲਾਅ ਕਿਹੜੀ ਸਿਸਟਰ ਕਿਹਨੂੰ ਕਹਿੰਦੇ ਤੁਸੀਂ? ਸਰ ਸਿਸਟਰ ਇਨ ਲਾਅ ਜਿਹੜੇ ਇਹਨਾਂ ਦੇ ਸਿਸਟਰ ਇਨ ਲਾਅ ਹੈਗੇ। ਨਾ ਪੰਜਾਬੀ ਦੱਸੋ ਸਰ ਇਹਨਾਂ ਦੀ ਭਰਜਾਈ ਜਿਹੜੇ ਹੈਗੇ ਨੇ। ਵਾਈ ਸ਼ੀ ਇੰਟਰਵੀਨ? ਸਰ ਕੋਈ ਇੰਟਰਵਿਊ ਨਹੀਂ ਕਰਦਾ ਸਰ, ਇਹ ਗਲਤ ਗੱਲ ਕਰ ਰਹੀ ਹੈ ਇਦਾਂ ਦੀ ਸਰ, ਕੋਈ ਇੰਟਰਵਿਊਨਿੰਗ ਨਹੀਂ ਹੈਗੀ। ਨਾ ਵਾਈ ਸ਼ੀ ਇਨਵੋਲਵ ਕਿ ਘੁੰਮਣ ਦਾ ਸ਼ੌਕ ਹੈ ਜਾਂ ਨਹੀਂ ਹੈ, ਉਹਦਾ ਕੋਈ ਮਤਲਬ ਨਹੀਂ ਹੈ ਭਰਜਾਈ ਤੁਹਾਡੀ ਦਾ ਕਹਿਣ ਦਾ। ਗਗਨ ਸਰ ਕਿਸੇ ਨਾਲ ਗੱਲ ਹੀ ਨਹੀਂ ਕਰਦੀ ਮੇਰੇ ਘਰਦਿਆਂ ਨਾਲ ਸਰ, ਕਿਸੇ ਨਾਲ ਟੈਲੀਫੋਨ ਕੋਈ ਅਟੈਚਮੈਂਟ ਹੈ ਹੀ ਨਹੀਂ, ਝੂਠ ਬੋਲਦੇ ਆ ਸਰ ਇਹ। ਸਰ ਇਹਨਾਂ ਨੇ ਆਪਣੇ ਪਿੰਡ ਵਿੱਚ ਕਿਹਾ ਕਿ ਜਿਹੜੀ ਕੁੜੀ ਹੈਗੀ ਹੈ ਅੰਮ੍ਰਿਤਸਰ ਪੜ੍ਹਾਉਂਦੀ ਹੈਗੀ ਹੈ ਐਂਡ ਮੁੰਡਾ ਸਾਡਾ ਬਾਹਰ ਗਿਆ ਹੈਗਾ। ਸਰ ਇਹਨਾਂ ਨੇ ਪਿੰਡ ਵਿੱਚ ਇਹ ਗੱਲ ਕਹੀ ਹੈਗੀ ਬਾਕੀ ਸਾਰਿਆਂ ਨੂੰ। ਇਹਨਾਂ ਨੇ ਕੀ ਕਿਹਾ? ਸਾਡਾ ਮੁੰਡਾ ਕੀ ਹੋਇਆ? ਕਿ ਸਾਡਾ ਮੁੰਡਾ ਬਾਹਰ ਗਿਆ ਹੈ, ਕੁੜੀ ਜਿਹੜੀ ਆ ਅੰਮ੍ਰਿਤਸਰ ਟੀਚ ਕਰਦੀ ਹੈਗੀ ਹੈ ਬੱਚਿਆਂ ਨੂੰ। ਮੁੰਡਾ ਬਾਬਾ ਦਾ ਦਲਵੀਰ ਬਾਹਰ ਗਿਆ ਹੋਇਆ ਸਾਡਾ? ਹਾਂਜੀ। ਤੇ ਇਹ ਵਾਈਫ ਜਿਹੜੀ ਹੈ ਟੀਚ ਕਰਦੀ ਗਗਨ ਹੈ ਇੰਡੀਆ ਜੀ ਵਿੱਚ? ਸਰ। ਓਕੇ ਸਰ ਇਹ ਗੱਲਾਂ ਸਰ ਮੈਨੂੰ ਬਾਅਦ ਵਿੱਚ ਪਤਾ ਲੱਗੀਆਂ ਨੇ ਕਿ ਇਦਾਂ ਕਿਹਾ ਗਿਆ। ਓਕੇ, ਇਹ ਫਿਰ ਕੀ ਹੋਇਆ ਇਹਦੇ ਵਿੱਚ? ਵਾਟਸ ਰੋਂਗ? ਬਟ ਵਾਈ ਦੇ ਵਰ ਲਾਈਂਗ ਟੂ ਦ ਪਬਲਿਕ? No, ਕੋਈ ਐਡਾ ਵੱਡਾ ਇਸ਼ੂ ਤਾਂ ਨਹੀਂ ਗਗਨ? Why you make that issue? It's not issue sir, it's about the truth that ਅਗਰ ਲੋਕਾਂ ਨੂੰ ਅਸੀਂ ਝੂਠ ਕਿਉਂ ਬੋਲੀਏ, ਨਹੀਂ ਕਿਉਂ ਛੁਪਾਇਆ ਇਹਨਾਂ ਨੇ? ਤੁਸੀਂ ਮੇਰੀ ਗੱਲ ਨਹੀਂ, ਐਡੀ ਵੱਡੀ ਕਿਹੜੀ ਗੱਲ ਹੈ ਇਹ? ਜੇ ਕਿਸ ਨੂੰ ਕਹਿ ਵੀ ਦਿੱਤਾ ਜੇ ਨਹੀਂ ਵੀ ਕਿਹਾ, ਪਰ ਮੈਨੂੰ ਲੱਗਦਾ ਗੱਲ ਕਹੀ ਹੁਣ ਲੋਕਾਂ ਨੂੰ ਪਤਾ ਕਿ ਵਿਆਹ ਹੋਇਆ ਹੈ, ਪੀਪਲ ਨੋ ਦੈਟ ਇਹਨਾਂ ਪਿੰਡ ਵਿੱਚ ਸ਼ਾਦੀ ਹੋਈ ਆ, ਉਸ ਘਰ ਲੜਕੀ ਨਾਲ ਹੋਈ ਆ, ਜਿਹੜੀ ਲੜਕੀ ਕੈਨੇਡਾ ਵਿੱਚੋਂ ਆਈ ਆ। ਤੇ ਲੋਕ ਜਿਹੜੇ ਨੇ ਪਾਗਲ ਨਹੀਂ ਗਏ, ਤੇ ਲੋਕਾਂ ਨੂੰ ਪਤਾ ਹੀ ਆ ਕਿ ਮੁੰਡਾ ਜਿਹੜਾ ਅੱਜ ਗਿਆ ਹੈ ਤੇ ਉਹ ਕਰਕੇ ਗਿਆ ਆ, ਤੇ ਮੁੰਡਾ ਕਿਵੇਂ ਕੈਨੇਡਾ ਵਿੱਚ ਚੱਲ ਜਾਊਗਾ ਵਿਦਆਊਟ ਯੂ? ਇਹ ਤਾਂ ਕਾਮਨ ਸੈਂਸ ਹੈ। ਇਸ ਨੋਟ ਓਨਲੀ ਕਾਮਨ ਸੈਂਸ, ਲੋਕਾਂ ਨੂੰ ਪਤਾ ਹੀ ਨਹੀਂ ਸੀ ਸਰ ਮੈਂ ਇੱਥੇ ਹੈਗੀ ਆ, ਕੈਨੇਡਾ ਵਿੱਚ ਹੈਗੀ। ਗਗਨ, ਆਰ ਯੂ ਕਿਡਿੰਗ ਔਰ ਆਈ ਮੇ ਲਿਟਲ ਬੇਬੀ? ਜਦੋਂ ਤੁਹਾਡਾ ਵਿਆਹ ਹੋਇਆ ਪਿੰਡ ਵਿੱਚ ਪਤਾ ਹੈ ਕਿ ਗਗਨ ਜਿਹੜੀ ਆ ਉਹ ਕੈਨੇਡਾ ਤੋਂ ਆਈ ਹੋਈ ਆ, ਜਿਸ ਨੇ ਵਿਆਹ ਕਰਾਇਆ ਦਲਵੀਰ ਦੇ ਨਾਲ, ਦਲਵੀਰ ਦੀ ਵਿਆਹ ਬਣਨ ਵਾਲੀ ਹੈ ਕੈਨੇਡੀਅਨ ਹੈ, ਕੈਨੇਡਾ ਤੋਂ ਆਈ ਹੋਈ ਹੈ। ਸਰ ਇਹੀ ਗੱਲ ਨਹੀਂ ਪਤਾ ਸੀ ਲੋਕਾਂ ਨੂੰ। ਇਹ ਕਿਵੇਂ ਹੋ ਸਕਦਾ ਨਹੀਂ ਪਤਾ? ਡੋਂਟ ਟੈਲ ਮੀ ਨਹੀਂ ਪਤਾ ਸੀ। ਨੋ, ਸਰ ਆਈ ਹੈਵ ਵਿਟਨੈਸ ਕੌਣ? ਕਿਹੜੇ ਵਿਟਨੈਸ ਹੈ? ਜਿਨ੍ਹਾਂ ਨੇ ਮੈਨੂੰ ਇਹ ਗੱਲ ਦੱਸੀ ਹੈਗੀ ਹੈ। ਉਹ ਵਿਟਨੈਸ ਕੌਣ ਹੈ? ਹੂ ਇਜ਼ ਹੀ ਐਂਡ ਸ਼ੀ? ਸਰ ਪਿੰਡ ਵਿੱਚ ਹੀ ਹੈਗੇ ਨੇ। ਇਹਨਾਂ ਦੇ ਪਿੰਡ ਵਿੱਚ ਤੁਹਾਨੂੰ ਕਿਵੇਂ ਜਾਣਦੇ ਨੇ? ਜੀ ਸਰ, ਤੁਹਾਨੂੰ ਕਿਵੇਂ ਜਾਣਦੇ ਨੇ ਉਹ? ਸਰ ਇਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਹੈਗੇ ਨੇ ਨਾ, ਉਹਨਾਂ ਦੇ ਥਰੂ ਇਹ ਗੱਲ ਪਤਾ ਲੱਗੀ ਹੈ ਸਾਨੂੰ। ਨਹੀਂ, ਤੁਸੀਂ ਇਹਨਾਂ ਦੇ ਪਿੰਡ ਦੇ ਸਰਪੰਚ ਨੂੰ ਅਪਰੋਚ ਕਿਉਂ ਕੀਤਾ? ਫॉर व्हाट? ਫॉर ਵਿਚ ਰੀਜ਼ਨ ਯੂ ਇਨਵੋਲਵ them? ਤੁਸੀਂ ਪਿੰਡ ਦੇ ਸਰਪੰਚ ਨੂੰ ਇਨਵੋਲਵਮੈਂਟ ਉਹਦੀ ਕਿਉਂ ਹੋਈ ਆ? ਸਰ ਕੁਝ ਪਤਾ ਤਾਂ ਲੱਗਣਾ ਚਾਹੀਦਾ ਸੀ ਨਾ ਉਹਨਾਂ ਵੱਲੋਂ। ਤੁਹਾਡੀ ਤਾਂ ਮੈਰਿਜ ਹੋ ਚੁੱਕੀ ਸੀਗੀ, ਤੁਸੀਂ 2 ਮਹੀਨੇ ਇਕੱਠੇ ਰਹੇ ਹੋ, ਸੈਕੰਡ ਟਾਈਮ ਆਏ ਹੋ। ਐਨੀਵੇ ਆਈ ਐਮ ਟੇਕਿੰਗ ਪਬਲਿਕ ਓਪੀਨੀਅਨ, ਹੂ ਇਜ਼ ਰਾਈਟ ਔਰ ਹੂ ਇਜ਼ ਰੋਂਗ।